ਛੱਲੀਆਂ ਵਿੱਚ ਦਾਣੇ ਨੇ, ਮਿੱਟੀ 'ਚ ਕਿਸਾਨ ਰੁਲਦੇ, ਗੱਫੇ ਜੋਕਾਂ ਨੇ ਹੀ ਖਾਣੇ ਨੇ। ਜਦੋਂ ਅਸੀਂ ਵਿਆਹ ਕੇ ਜਾਂਦੇ ਹਾਂ, ਸਾਡਾ ਨਵਾਂ ਜਨਮ ਹੁੰਦਾ ਹੈ। ਨਵਾਂ ਜਨਮ ਸਿਰਫ ਲੜਕੀ ਦਾ ਨਹੀਂ ਹੁੰਦਾ, ਮੈਨੂੰ ਲੱਗਦਾ ਹੈ ਕਿ ਲੜਕੇ ਦਾ ਵੀ ਹੁੰਦਾ ਹੈ। ਔਰ ਲੜਕੇ ਨੂੰ ਤਾਂ ਸਗੋਂ 2 ਪੁੱਟਾਂ ਦੇ ਵਿੱਚ ਪਿਸਣਾ ਪੈਂਦਾ ਹੈ। ਤੁਸੀਂ ਵਿਆਹ ਹੁੰਦੇ ਹੀ ਕਿੰਨੇ ਰਿਸ਼ਤਿਆਂ ਨਾਲ ਵੱਜ ਜਾਂਦੇ ਹੋ। ਬੱਚੇ ਜਿਹੜੇ ਨੇ ਲਿਵ ਇਨ 'ਚ ਰਹਿਣਾ ਪਸੰਦ ਕਰਨ ਲੱਗ ਗਏ, ਕਿਉਂਕਿ ਜ਼ਿੰਮੇਵਾਰੀਆਂ ਤੋਂ ਦੌੜਨਾ ਸ਼ੁਰੂ ਹੋ ਗਏ। ਤੇ ਸਭ ਤੋਂ ਪਹਿਲਾਂ ਸਾਨੂੰ ਹੁੰਦਾ ਹੈ ਕਿ ਸਿਰ ਦੀ ਛੱਤ ਜ਼ਰੂਰ ਹੋਣੀ ਚਾਹੀਦੀ ਹੈ। ਇਹ ਸੁਪਨਾ ਆਦਮੀ ਦਾ ਵੀ ਹੁੰਦਾ ਹੈ, ਲੇਕਿਨ ਮੈਨੂੰ ਲੱਗਦਾ ਹੈ ਕਿ ਔਰਤ ਦਾ ਜ਼ਿਆਦਾ ਹੁੰਦਾ ਹੈ। ਜ਼ਮੀਨਾਂ ਅਗਲੇ ਕਹਿੰਦੇ ਵੀ ਇੰਨੇ ਜੋਗੇ ਅਸੀਂ ਕਰ ਦਈਏ, ਕੱਲ ਨੂੰ ਜੇ ਅਸੀਂ ਮਰ ਵੀ ਜਾਂਦੇ ਆ, ਬਿਲਕੁਲ ਬਿਲਕੁਲ, ਆ ਕੇ ਸਾਡੀਆਂ ਜ਼ਮੀਨਾਂ ਤਾਂ ਵੇਚ ਜਾਣ। ਹਰ ਬੰਦਾ ਨਾ ਇਹ ਕਹਿੰਦਾ ਜ਼ਰੂਰ ਮੈਂ ਆਪਣੇ ਬੱਚਿਆਂ ਲਈ ਬਣਾ ਰਿਹਾ, ਬਣਾ ਵੀ ਰਹੇ ਹੁੰਦੇ ਆ, ਲੇਕਿਨ ਸੁਪਨੇ ਅਸੀਂ ਆਪਣੇ ਹੀ ਪੂਰੇ ਕਰ ਰਹੇ ਹੁੰਦੇ ਆ। ਚਾਹੇ ਵਿਤਰੀ ਜ਼ਿਆਦਾ ਮੈਂ ਸ਼ਹਿਰ ਵਿੱਚ ਆ, ਪਰ ਮੇਰੇ ਅੰਦਰੋਂ ਪਿੰਡ ਕਦੀ ਵੀ ਨਹੀਂ ਮਰਿਆ ਹੈ ਨਾ। ਇੱਕ ਦਿਨ ਦੀ ਕੋਈ ਵੀ ਕਹਾਣੀ ਨਹੀਂ ਹੁੰਦੀ, ਚਾਹੇ ਉਹ ਇੱਕ ਦਿਨ ਵਿੱਚ ਛੱਡ ਕੇ 1 ਘੰਟੇ ਵਿੱਚ ਲਿਖੀ ਜਾਏ, ਪਰ ਉਹ 1 ਘੰਟੇ ਦੀ ਕਹਾਣੀ ਨਹੀਂ ਹੁੰਦੀ। ਹਰ ਕਹਾਣੀ ਦੇ ਪਿੱਛੇ ਬੜਾ ਲੰਬਾ ਸਫ਼ਰ ਹੁੰਦਾ ਹੈ। ਮੈਨੂੰ ਲੱਗਦਾ ਕਿ ਜੇ ਮੈਂ ਇਹ ਜੌਬ ਵਿੱਚ ਨਾ ਹੁੰਦੀ ਤੇ ਕਦੀ ਵੀ ਬਸ ਇੱਕ ਵਾਰੀ ਲਿਖੀ ਹੀ ਨਹੀਂ ਜਾਣੀ ਸੀ। ਵਾਰੀ ਜਾਵਾਂ ਸਰ ਕੰਡਿਆਂ ਤੋਂ, ਕਲਮਾਂ ਬਣਾਈਆਂ ਕੜ ਕੇ, ਫੁੱਲ ਚੁਗ ਲਏ ਕੰਡਿਆਂ ਤੋਂ। ਅਸਲ ਦੇ ਵਿੱਚ ਤੁਸੀਂ ਜ਼ਿੰਦਗੀ ਦੀ ਮਹਿਕ ਨੂੰ ਮੰਨਦੇ ਹੋ ਬੱਸ ਦੇ ਸਫ਼ਰ ਵਿੱਚ। ਮਿਲਿਆ ਨਾ ਚੈਨ ਦੁਨੀਆ ਦੇ ਧੱਕੇ ਤੋੜਿਆਂ ਤੋਂ, ਪਰ ਸਫ਼ਰ ਇੰਜ ਹੀ ਜ਼ਿੰਦਗੀ ਦਾ ਕੱਟਦਾ ਰਿਹਾ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਸਾਹਿਤ ਦੇ ਸੰਗ। ਤੇ ਅੱਜ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਜਿਸ ਕਲਮਕਾਰ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹਨਾਂ ਦੀ ਜੇਕਰ ਕਿਤਾਬੀ ਸਫ਼ਰ ਦੀ ਗੱਲ ਕਰੀਏ ਤਾਂ 2013 ਤੋਂ ਸ਼ੁਰੂ ਹੁੰਦਾ, ਪਰ ਕਲਮ ਦਾ ਸਫ਼ਰ ਉਹਨਾਂ ਦਾ ਕਾਲਜ ਦੀ ਜ਼ਿੰਦਗੀ ਤੋਂ ਹੀ ਸ਼ੁਰੂ ਹੋ ਗਿਆ। ਸ਼ੁਰੂਆਤ ਭਾਵੇਂ ਕਵਿਤਾ ਕਾਵਿ ਰੂਪ ਤੋਂ ਕੀਤੀ, ਪਰ ਹੌਲੀ ਹੌਲੀ ਕਹਾਣੀਆਂ ਵੀ ਲਿਖਦੇ ਗਏ ਅਤੇ ਨਾਲ ਦੀ ਨਾਲ ਹੀ ਨਾਟਕ ਉੱਤੇ ਵੀ ਉਹਨਾਂ ਨੇ ਆਪਣਾ ਹੱਥ ਅਜ਼ਮਾਇਆ। ਸੋ ਉਹਨਾਂ ਦੇ ਜੇਕਰ ਕਹਾਣੀਆਂ ਦੇ ਪਾਤਰਾਂ ਦੀ ਗੱਲ ਕਰੀਏ ਤਾਂ ਉਹ ਆਮ ਜ਼ਿੰਦਗੀ ਦੇ ਵਿੱਚ ਵਿਚਰ ਰਹੇ ਆਮ ਲੋਕ ਨੇ, ਜਿਨ੍ਹਾਂ ਤੰਗੀਆਂ ਦੁਸ਼ਵਾਰੀਆਂ ਮੁਸੀਬਤਾਂ ਦਾ ਉਹਨਾਂ ਨੇ ਸਾਹਮਣਾ ਕੀਤਾ। ਸੋ ਉਹਨਾਂ ਨੇ ਆਪਣੀਆਂ ਕਹਾਣੀਆਂ ਦੇ ਵਿੱਚ ਉਹਨਾਂ ਦਾ ਜ਼ਿਕਰ ਕੀਤਾ। ਸੋ ਮੈਂ ਗੱਲ ਕਰ ਰਿਹਾ ਜੀ ਦੀਪਤੀ ਬਬੂਤਾ ਜੀ ਦੀ। ਸੋ ਉਹਨਾਂ ਦਾ ਸਵਾਗਤ ਕਰ ਲੈਣਾ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ। ਦੀਪਤੀ ਬਬੂਤਾ ਜੀ, ਬਹੁਤ ਬਹੁਤ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ। ਤੇ ਧੰਨਵਾਦ ਤੁਹਾਡਾ ਪਹਿਲਾਂ ਦਾ ਸਮਾਂ ਵਕਤ ਤੁਸੀਂ ਆਪਣੀ ਕਹਿ ਦਈਏ ਮਸ਼ਰੂਫੀਅਤ ਵਿੱਚੋਂ ਕੱਢਿਆ, ਬਹੁਤ ਬਹੁਤ ਸ਼ੁਕਰੀਆ। ਅਤੇ ਜਿਵੇਂ ਤੁਹਾਡੀ ਕਹਾਣੀਆਂ ਦੇ ਸਫ਼ਰ ਦੀ ਗੱਲ ਕਰੀਏ, ਤੁਹਾਡੀ ਕਵਿਤਾਵਾਂ ਦੇ ਸਫ਼ਰ ਦੀ ਗੱਲ ਕਰੀਏ ਅਤੇ ਨਾਟਕ ਲਿਖਣ ਤੱਕ ਦੇ ਸਫ਼ਰ ਦੀ ਗੱਲ ਕਰੀਏ, ਤਾਂ ਇਹ ਹੁੰਦਾ ਵੀ ਜਦੋਂ ਆਪਾਂ ਕਲਮ ਨਾਲ ਲਿਖਣਾ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਚੋਣ ਕਰਨੀ ਹੁੰਦੀ ਹੈ ਵੀ ਆਪਣੇ ਵਿਸ਼ੇ ਕੀ ਹੋਣ, ਆਪਾਂ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਹਾਂ ਜੀ। ਤਾਂ ਜੇਕਰ ਇਸ ਮੋਟੇ ਰੂਪ ਵਿੱਚ ਤੁਹਾਡੇ ਲਿਖਣ ਦੇ ਸਫ਼ਰ ਦੀ ਗੱਲ ਕਰੀਏ ਤਾਂ ਕਦੋਂ ਕੁ ਸ਼ੁਰੂਆਤ ਹੁੰਦੀ ਹੈ? ਦੇਖੋ, ਅਚੇਤ ਮਨ ਵਿੱਚ ਸਾਡੇ ਬੜਾ ਕੁਝ ਪਿਆ ਹੁੰਦਾ ਹੈ ਨਾ ਜੀ, ਲੇਕਿਨ ਜਿਸ ਮਾਹੌਲ 'ਚ ਅਸੀਂ ਵਿਚਰਦੇ ਹਾਂ ਉਹ ਸਾਡੇ 'ਤੇ ਬਹੁਤ ਇਫੈਕਟ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਸਕੂਲ ਵਿੱਚ ਪੜ੍ਹਦੀ ਸੀ ਜਦੋਂ 9th ਕਲਾਸ ਵਿੱਚ, ਅਤੇ ਸਭ ਤੋਂ ਪਹਿਲੀ ਉਦੋਂ ਕਵਿਤਾ ਇੱਕ ਕੰਪੀਟੀਸ਼ਨ ਵਾਸਤੇ ਲਿਖੀ ਜਿਸ ਦਾ ਟਾਈਟਲ ਸੀ ਸ਼ਰਾਬ ਮੇਂ ਡੂਬੇ। ਤਾਂ ਸਾਨੂੰ ਟੌਪਿਕ ਦਿੱਤੇ ਗਏ, ਕਾਫੀ ਸਾਰੇ ਟੌਪਿਕ ਸੀ ਜਿਨ੍ਹਾਂ ਵਿੱਚੋਂ ਲਿਖਣਾ ਸੀ, ਪਰ ਮੈਂ ਕੁਝ ਐਸਾ ਦੇਖਿਆ ਹੋਇਆ ਸੀ ਕਿ ਮੈਨੂੰ ਇਹ ਸਮਝ ਸੀ ਕਿ ਸ਼ਰਾਬ ਦੇ ਜਿਹੜੇ ਨੇ ਉਹ ਪੀਣ ਵਾਲੇ ਨੂੰ ਤਾਂ ਫਾਇਦੇ ਪਤਾ ਨਹੀਂ ਕੀ ਹੁੰਦੇ ਆ, ਪਰ ਪਰਿਵਾਰ ਨੂੰ ਬਹੁਤ ਸਾਰੇ ਨੁਕਸਾਨ ਝੇਲਣੇ ਪੈਂਦੇ ਆ। ਤਾਂ ਉਹਨੂੰ ਜੋ ਮੇਰੇ ਦਿਮਾਗ 'ਚ ਉਹ ਪਿਕਚਰ ਇੱਕ ਦੇਖੀ ਹੋਈ ਸੀ, ਉਹ ਇੱਕ ਕਵਿਤਾ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਉਸ ਬਚਪਨ ਦੇ ਵਿੱਚ ਇੱਕ ਬੱਚੇ ਨੇ, ਕਿਉਂਕਿ 9th ਕਲਾਸ ਦੇ ਵਿੱਚ ਮੈਂ ਬੱਚਾ ਹੀ ਸੀ ਉਦੋਂ, ਪਰ ਇੱਕ ਕਵਿਤਾ ਦੇ ਵਿੱਚ ਇੱਕ ਕਹਾਣੀ ਲਿਖ ਦਿੱਤੀ ਮੈਂ, ਜਿਹੜੀ ਕਿ ਹਿੰਦੀ ਵਿੱਚ ਲਿਖੀ ਪਹਿਲੀ ਵਾਰੀ। ਉਹ ਭਾਸ਼ਾ ਵਿਭਾਗ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੀ ਇੱਕ ਲੜਕੀ ਹੋਰ ਸੀ ਜਿਸ ਨੇ ਉਹ ਪ੍ਰੈਜ਼ੈਂਟ ਕੀਤੀ ਉੱਥੇ, ਅਤੇ ਉਹਨੂੰ ਪਹਿਲਾ ਇਨਾਮ ਮਿਲਿਆ ਜੀ। ਮੈਂ ਉੱਥੇ ਜਿਹੜਾ ਸੀ ਭਾਸ਼ਣ ਬੋਲਿਆ ਜਿਹਨੂੰ ਕੰਸੋਲੇਸ਼ਨ ਪ੍ਰਾਈਜ਼ ਮਿਲਿਆ, ਅਤੇ ਮੈਨੂੰ ਲੱਗਿਆ ਕਿ ਜਿਹੜੀ ਮੇਰੀ ਕਵਿਤਾ ਸੀ ਮੈਨੂੰ ਫਸਟ ਪ੍ਰਾਈਜ਼ ਮਿਲਣਾ ਸੀ ਅਤੇ ਪ੍ਰਾਈਜ਼ ਤਾਂ ਉਹਨੂੰ ਮਿਲ ਗਿਆ ਮੇਰਾ। ਅਤੇ ਹੌਲੀ ਹੌਲੀ ਸਮਝ ਆਈ ਕਿ ਨਹੀਂ ਵੀ ਮੈਨੂੰ ਤਾਂ ਕੰਸੋਲੇਸ਼ਨ ਪ੍ਰਾਈਜ਼ ਵੀ ਮਿਲ ਗਿਆ ਅਤੇ ਮੈਨੂੰ ਤਾਂ ਫਸਟ ਪ੍ਰਾਈਜ਼ ਵੀ ਮਿਲਿਆ। ਤਾਂ ਇੱਕ ਸ਼ੁਰੂਆਤ ਉੱਥੋਂ ਹੋਈ ਹੈ ਨਾ। ਤਾਂ ਵਿਸ਼ੇ ਤਾਂ ਅਸੀਂ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਉਹ
ਅਚਾਨਕ ਹੀ ਹੁੰਦੀ ਹੈ, ਗਿਣ ਮਿੱਥ ਕੇ ਤਾਂ ਕੁਝ ਨਹੀਂ ਲਿਖਿਆ ਜਾਂਦਾ। ਪਰ ਇੱਕ ਗੱਲ ਹੁੰਦਾ ਨਾ, ਕਈ ਵਾਰ ਜਦੋਂ ਕੋਈ ਵੀ ਲੇਖਕ ਸ਼ੁਰੂ ਕਰਦਾ, ਹਾਂ ਕਿਉਂਕਿ ਲਿਖਣਾ ਕੁਦਰਤ ਨੇ ਤੁਹਾਡੇ ਅੰਦਰ ਬੀਜ ਦੱਬ ਦਿੱਤਾ ਹੁੰਦਾ, ਬਿਲਕੁਲ ਬਿਲਕੁਲ, ਉਹ ਪੁੰਗਰਦਾ ਉਦੋਂ ਆ ਜਦੋਂ ਉਹਨੂੰ ਸਮਾਜਿਕ ਹਾਲਤਾਂ ਮਿਲਦੀਆਂ ਨੇ ਉਹੋ ਜਿਹੀਆਂ। ਬਿਲਕੁਲ, ਤੇ ਇਹ ਤੁਹਾਡੇ ਕਹਿ ਦਈਏ ਸੋਝੀ ਦੇ ਉੱਤੇ, ਤੁਹਾਡੀ ਮਾਨਸਿਕਤਾ ਉੱਤੇ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਇਸ ਚੀਜ਼ ਤੋਂ, ਵੀ ਤੁਸੀਂ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਹੋ, ਕਿਉਂਕਿ ਆਮ ਕਿੰਨਾ ਕੁਝ ਵਾਪਰਦਾ, ਪਰ ਲੇਖਕ ਹੁੰਦਾ ਉਹ ਨਿੱਕੀਆਂ ਚੀਜ਼ਾਂ ਤੋਂ ਵੀ ਪ੍ਰਭਾਵਿਤ ਹੁੰਦਾ। ਹਾਂ, ਮੈਨੂੰ ਲੱਗਦਾ ਕਿ ਮੇਰੇ ਅੰਦਰ ਤਾਂ ਵਾਕਿਆ ਹੀ ਜਿਹੜਾ ਕਣ ਸੀ ਨਾ ਲਿਖਤ ਦਾ, ਇਹ ਕੁਦਰਤੀ ਹੀ ਸੀ। ਠੀਕ ਹੈ ਕਿ ਮੇਰੇ ਫਾਦਰ ਸਾਹਿਬ ਜਿਹੜੇ ਸੀ ਡਾਇਰੀ ਲਿਖਦੇ ਸੀ, ਸਾਹਿਤਕ ਮਾਹੌਲ ਸਾਡੇ ਘਰ ਵਿੱਚ ਸ਼ੁਰੂ ਤੋਂ ਹੀ ਸੀ ਜੀ। ਮੇਰੇ ਫਾਦਰ ਸਾਹਿਬ ਪੰਜਾਬੀ ਨਾਵਲ ਬਹੁਤ ਪੜ੍ਹਦੇ ਸੀ, ਔਰ ਦੇਖੋ ਮੈਂ ਛੋਟੀ ਜੀ ਸੀ ਉਦੋਂ, ਮੈਨੂੰ ਇੰਨੀ ਸਮਝ ਵੀ ਸ਼ਾਇਦ ਲਿਟਰੇਚਰ ਦੀ ਨਹੀਂ ਸੀ, ਪਰ ਉਹਨਾਂ ਨੇ ਜਿਹੜਾ ਨਾਵਲ ਪੜ੍ਹਨਾ ਤੇ ਬਾਅਦ ਚ ਪੜ੍ਹਨ ਲਈ ਮੈਨੂੰ ਕਹਿੰਦੇ ਤੂੰ ਵੀ ਪੜ੍ਹ ਬੇਟੇ ਜੀ, ਜਦੋਂ ਕਿ ਕੁੜੀਆਂ ਨੂੰ ਆਮ ਤੌਰ ਤੇ ਨਾਵਲ ਪੜ੍ਹਨ ਤੋਂ ਵੱਡੇ ਪਰਹੇਜ਼ ਹੁੰਦੀ ਹੈ ਹਾਂ, ਕਿ ਬੱਚਿਆਂ ਨੂੰ ਨਹੀਂ ਇਸ ਚੀਜ਼ ਦੇ ਨੇੜੇ ਲੈ ਕੇ ਜਾਣਾ ਚਾਹੀਦਾ। ਤਾਂ ਜਿਵੇਂ ਜਿਵੇਂ ਸਾਨੂੰ ਸਮਾਜ ਦੀ ਸਮਝ ਆਉਣ ਲੱਗਦੀ ਹੈ, ਤਾਂ ਮੇਰਾ ਤਾਂ ਫੀਲਡ ਸੀਗਾ ਖਬਰਾਂ ਦਾ ਹੀ, ਹੈ ਨਾ, ਜਰਨਲਿਜ਼ਮ ਦੇ ਫੀਲਡ ਵਿੱਚ ਸੀ ਮੈਂ, ਪਰ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਮੈਂ ਕਾਲਜ ਵਿੱਚ ਸੀ ਉਦੋਂ ਜੀ। ਜੇ ਤੁਹਾਡੇ ਮਤਲਬ ਅਕੈਡਮਿਕ ਉਹਦੀ ਜ਼ਿੰਦਗੀ ਦੀ ਗੱਲ ਕਰੀ, ਤੁਸੀਂ ਦੱਸਿਆ ਵੀ B.Com ਤੁਸੀਂ ਵਗੈਰਾ, ਮੈਂ ਗ੍ਰੈਜੂਏਸ਼ਨ ਕੀਤੀ ਪਹਿਲੇ, ਯੈਸ, ਠੀਕ ਹੈ, ਬਿਫੋਰ ਮੈਰਿਜ ਅਜੇ ਮੇਰੀ BA ਹੀ ਕੰਪਲੀਟ ਹੋਈ ਸੀ, B.Ed ਮੈਂ ਕਰ ਰਹੀ ਸੀ ਜਦੋਂ ਮੇਰੀ ਮੈਰਿਜ ਹੋ ਗਈ। ਤਾਂ ਜਦੋਂ ਗ੍ਰੈਜੂਏਸ਼ਨ ਕਰ ਰਹੀ ਸੀ, ਡਿਊਰਿੰਗ ਦੈਟ ਪੀਰੀਅਡ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ। ਕਿੰਨੇ ਸਮੇਂ ਦੀ ਗੱਲ ਹੈ? ਇਹ 92 93 ਦੀ ਗੱਲ ਹੈ, ਪੁਰਾਣਾ ਜ਼ਮਾਨਾ ਸਮਝ ਲਓ, ਹੈ ਨਾ, ਇੱਕ ਬੀਤੇ ਯੁੱਗ ਦੀ ਗੱਲ ਹੈ। ਅੱਛਾ, 2000 ਤੋਂ ਜਿਹੜਾ ਪਿੱਛੇ ਪੁਰਾਣਾ ਹੈ, ਪੁਰਾਣਾ ਯੁੱਗ ਕਿੰਨਾ ਬਦਲ ਗਿਆ ਨਾ। ਦੇਖੋ ਅਸੀਂ ਜੋ ਕੁਝ ਦੇਖਿਆ ਨਾ, ਸਾਡੇ ਬੱਚਿਆਂ ਨੇ ਨਹੀਂ ਦੇਖਿਆ, ਇਵਨ ਸ਼ਾਇਦ ਤੁਸੀਂ ਵੀ ਨਹੀਂ ਦੇਖਿਆ, ਸਾਡੇ ਨਾਲ ਤੁਸੀਂ ਬੜੀ ਬਾਅਦ ਦੀ ਜਨਰੇਸ਼ਨ ਆਉਂਦੇ ਹੋ, ਇੱਕ ਜਨਰੇਸ਼ਨ ਗੈਪ ਹੀ ਹੋ ਜਾਂਦਾ ਤੁਹਾਡੇ ਸਾਡੇ ਵਿੱਚ। ਅਸੀਂ ਤਾਂ ਉਹ ਸਮਾਂ ਵੇਖਿਆ ਜਦੋਂ ਲੈਂਡਲਾਈਨ ਫੋਨ ਜਿਹੜਾ ਸੀ ਗਿਣਵੇਂ ਚੁਣਵੇਂ ਕਿਸੇ ਦੁਕਾਨ ਦੀ ਨੁੱਕਰ ਤੇ ਹੁੰਦਾ ਸੀ, ਤੇ ਫੋਨ ਆਣਾ ਤੇ ਪਤਾ ਲੱਗਣਾ ਕਿ ਤੁਹਾਡਾ ਫੋਨ ਆਇਆ, ਆ ਕੇ ਸੁਣ ਲਓ। ਤੇ ਹੁਣ ਜਿਹੜਾ ਉਹ ਹਰ ਹੱਥ ਦੇ ਵਿੱਚ ਇੱਕ ਮੋਬਾਈਲ ਹੈ, ਤੇ ਬੱਚਿਆਂ ਦਾ ਜਿਹੜਾ ਸਰਵਾਈਵਲ ਹੈ ਉਹ ਮੋਬਾਈਲ ਤੋਂ ਬਿਨਾਂ ਪੋਸੀਬਲ ਨਹੀਂ ਹੈ, ਕਿਉਂਕਿ ਉਹਨਾਂ ਦੀ ਪੜ੍ਹਾਈ ਜਿਹੜੀ ਆਨਲਾਈਨ ਕਲਾਸਿਸ ਚੱਲਦੀਆਂ, ਤੇ ਮੋਬਾਈਲ ਤੋਂ ਬਿਨਾਂ ਉਹਨਾਂ ਦਾ ਸਰਵਾਈਵਲ ਨਹੀਂ ਹੈ, ਤੇ ਇੰਨਾ ਜ਼ਿਆਦਾ ਯੁੱਗ ਪਰਿਵਰਤਿਤ ਹੋ ਗਿਆ ਜੀ। ਅੱਛਾ, 92 ਤੁਸੀਂ ਫਿਰ ਲਿਖਣਾ ਸ਼ੁਰੂ ਕੀਤਾ? ਮੈਂ 92 93 ਵਿੱਚ ਮੈਂ ਲਿਖਦੀ ਸੀ, ਕਹਾਣੀ ਲਿਖਦੀ ਸੀ ਮੈਂ ਉਦੋਂ। ਤਾਂ ਉਦੋਂ ਦੀ ਜਿਹੜੀ ਕਹਾਣੀਆਂ ਲਿਖੀਆਂ ਹੋਈਆਂ ਸੀ, ਸਾਡੇ ਜਲਾਲਾਬਾਦ ਤੋਂ ਹੀ ਦਿਆਲ ਸਿੰਘ ਪਿਆਸਾ ਅੰਕਲ, ਅਸੀਂ ਉਹਨਾਂ ਨੂੰ ਕਹਿੰਦੇ ਸੀ, ਉਹ ਗਜ਼ਲ ਲਿਖਦੇ ਹੈ। ਤਾਂ ਉਹਨਾਂ ਨੇ ਮੇਰੀਆਂ ਕਹਾਣੀਆਂ, ਉਹ ਕਹਾਣੀ ਵੀ ਲਿਖਦੇ ਸੀ, ਪਰ ਉਹਨਾਂ ਦਾ ਮੇਨ ਜਿਹੜੀ CV ਦਾ ਉਹ ਗਜ਼ਲ ਦੀ ਹੈ। ਉਹਨਾਂ ਨੇ ਮੇਰੀਆਂ ਕਹਾਣੀਆਂ ਜਿਹੜੀਆਂ ਡਾਇਰੀ ਵਿੱਚ ਲਿਖੀਆਂ ਸੀ ਉਹਨਾਂ ਨੇ ਦੇਖੀਆਂ, ਉਹਨਾਂ ਦੇ ਹੱਥ ਦੇ ਦਿੱਤੇ ਹੋਏ ਰਿਮਾਰਕਸ ਸਟਿਲ ਮੇਰੇ ਕੋਲ ਡਾਇਰੀ ਅਜੇ ਵੀ ਪਈ ਹੋਈ ਹੈ। ਤਾਂ ਉਹ ਮੈਨੂੰ ਕਹਿਣ ਲੱਗੇ ਕਿ ਬੇਟੇ ਤੁਹਾਡੀਆਂ ਕਹਾਣੀਆਂ ਚੰਗੀਆਂ, ਕਵਿਤਾ ਵੀ ਲਿਖਦੇ ਸੀ ਈਵਨ, ਕਿਉਂਕਿ ਅਸੀਂ ਕਰਿਕੂਲਰ ਐਕਟੀਵਿਟੀਜ਼ ਜਿੰਨੇ ਵੀ ਕਾਲਜ ਦੇ ਫੰਕਸ਼ਨ ਹੋਣੇ, ਜੇ ਗਿੱਧਾ ਹੋਣਾ ਹੈ ਤਾਂ ਅਸੀਂ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਹੈ, ਨਾਟਕ ਹੋਣਾ ਹੈ ਤੇ ਉਹ ਵੀ ਅਸੀਂ ਕਰਨਾ ਹੈ, ਉਹ ਸਾਰਾ ਕੁਝ ਅੰਦਰ ਹੀ ਸੀ ਜੀ। ਤੇ ਫਿਰ ਜੇਕਰ ਆਪਾਂ ਪਹਿਲੀ ਕਿਤਾਬ ਦੇ ਸਫ਼ਰ ਦੀ ਗੱਲ ਕਰੀਏ, ਜੀ ਜੀ, ਜਿਵੇਂ ਵੀ ਲਿਖਤੀ ਸਫ਼ਰ ਤੁਹਾਡਾ ਕਾਫੀ, ਤੁਸੀਂ ਕਾਲਜ ਤੋਂ ਹੀ ਆਪਾਂ ਕਰਨ ਲੱਗ ਗਏ ਸੀ, ਲਿਖਣ ਲੱਗ ਗਏ ਸੀ, ਫਿਰ ਕਿਤਾਬ ਪਹਿਲੀ ਕਦੋਂ ਛਪੀ ਤੁਹਾਡੀ ਤੇ ਕਿਹੜੀ ਸੀ? ਦੇਖੋ, ਕਿਉਂਕਿ ਮੈਰਿਜ ਹੋ ਗਈ ਤਾਂ ਮੈਨੂੰ ਲੱਗਦਾ ਕਿ ਸਾਡੀ ਪ੍ਰਾਇੋਰਟੀ ਜਿਹੜੀ ਹੈ ਨਾ, ਪਰਿਵਾਰ, ਸਾਨੂੰ ਤਾਂ ਆਪਣੇ ਆਪ ਹੀ ਇਹ ਸਿੱਖਿਆ ਹੋਇਆ ਸੀ, ਔਰ ਲੱਗਦਾ ਵੀ ਇਹੀ ਸੀ ਕਿ ਜਦੋਂ ਵਿਆਹ ਹੋ ਗਿਆ ਨਾ, ਤਾਂ ਸਭ ਤੋਂ ਪਹਿਲੇ ਸਾਡੀ ਪ੍ਰਾਇੋਰਟੀ ਸਾਡਾ ਪਰਿਵਾਰ ਹੈ। ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਜਗਬਾਣੀ ਦੇ ਵਿਵਾਹਿਕੀ ਪੇਜ ਤੇ, ਉਦੋਂ ਛਪਿਆ ਕਿ ਜਦੋਂ ਸਾਡਾ ਵਿਆਹ ਹੁੰਦਾ ਹੈ ਨਾ, ਤੇ ਇਹ ਨਹੀਂ ਹੁੰਦਾ ਕਿ ਅਸੀਂ ਸੈਕਰੀਫਾਈਸ ਨਹੀਂ ਕਰ ਰਹੇ, ਲੇਕਿਨ ਜਦੋਂ ਅਸੀਂ ਵਿਆਹ ਕੇ ਜਾਂਦੇ ਹਾਂ, ਸਾਡਾ ਨਵਾਂ ਜਨਮ ਹੁੰਦਾ ਹੈ। ਨਵਾਂ ਜਨਮ ਸਿਰਫ ਲੜਕੀ ਦਾ ਨਹੀਂ ਹੁੰਦਾ, ਮੈਨੂੰ ਲੱਗਦਾ ਹੈ ਕਿ ਲੜਕੇ ਦਾ ਵੀ ਹੁੰਦਾ ਹੈ, ਔਰ ਲੜਕੇ ਨੂੰ ਤਾਂ ਸਗੋਂ 2 ਪੁੱਟਾਂ ਦੇ ਵਿੱਚ ਪਿਸਣਾ ਪੈਂਦਾ, ਉਹਨੂੰ ਆਪਣੇ ਮਾਂ-ਬਾਪ ਨੂੰ ਵੀ ਐਡਜਸਟ ਕਰਨਾ ਹੈ, ਆਪਣੇ ਪਰਿਵਾਰ ਨੂੰ ਵੀ ਕਰਨਾ ਹੈ, ਤੇ ਜਿਹਨੂੰ ਵਿਆਹ ਕੇ ਲੈ ਕੇ ਆਇਆ ਉਹਨੇ ਉਹਦੀਆਂ ਖੁਆਇਸ਼ਾਂ, ਉਹਦੇ ਸੁਪਨੇ ਵੀ ਦੇਖਣੇ ਹੈ। ਖੈਰ ਮੇਰੇ ਪਤੀ ਕੋਲੋਂ ਤਾਂ ਮੈਨੂੰ ਇਹ ਚੀਜ਼ਾਂ ਬਹੁਤ ਮਿਲੀਆਂ, ਉਹਨਾਂ ਦੇ ਕਾਰਨ ਹੀ ਕਿ ਮੈਂ ਤੇ ਜਿਹੜਾ ਬੰਦਾ ਹੈ ਵੀ ਦੋਹੇ ਚੀਜ਼ਾਂ ਸਹੀ ਤਰੀਕੇ ਨਾਲ ਸੰਭਾਲ ਜਾਵੇ। ਤਾਂ ਮੈਨੂੰ ਲੱਗਦਾ ਕਿ ਹਾਂ 5 ਕੁ ਸਾਲ ਤਾਂ ਸਾਨੂੰ ਆਪਣੇ ਪਰਿਵਾਰ ਨੂੰ ਪ੍ਰੋਪਰ ਦੇਣੇ ਚਾਹੀਦੇ ਹੈ, ਕਿਉਂਕਿ ਉਹਨਾਂ 5 ਸਾਲਾਂ ਦੇ ਵਿੱਚ ਤੁਸੀਂ ਮਾਂ ਵੀ ਬਣਨਾ। ਤੁਸੀਂ ਵਿਆਹ ਹੁੰਦੇ ਹੀ ਕਿੰਨੇ ਰਿਸ਼ਤਿਆਂ ਨਾਲ ਵੱਜ ਜਾਂਦੇ ਹੋ, ਤੁਸੀਂ ਸਿਰਫ ਇੱਕ ਪਤੀ ਦੀ ਪਤਨੀ ਨਹੀਂ ਬਣ ਗਏ, ਤੁਸੀਂ ਨੂੰਹ ਬਣੇ, ਕਿਸੇ ਦੀ ਭਰਜਾਈ ਬਣੇ, ਕਿਸੇ ਦੀ ਚਾਚੀ ਬਣੇ, ਮਾਮੀ ਬਣੇ, ਕੋਈ ਤਾਈ ਬਣੇ, ਕਿੰਨੇ ਨਵੇਂ ਰਿਸ਼ਤੇ ਤੁਹਾਡੇ ਵਿਆਹ ਤੋਂ ਬਾਅਦ ਜਿਹੜੇ ਉਹ ਜਨਮ ਲੈਂਦੇ ਹੈ। ਤਾਂ ਜਿਹੜੀ ਔਰਤ ਇੱਕ ਸੰਪੂਰਨਤਾ ਵੱਲ ਵਧਣੀ ਸ਼ੁਰੂ ਹੁੰਦੀ ਹੈ ਨਾ, ਪਹਿਲੇ ਸਿਰਫ ਬੇਟੀ ਹੁੰਦੀ ਹੈ, ਬੇਟੀ ਤੋਂ ਬਾਅਦ ਉਹ ਇੰਨੇ ਸਾਰੇ ਰਿਸ਼ਤਿਆਂ ਦੇ ਵਿੱਚ ਉਹਦੇ ਲਈ ਨਵੇਂ ਰਿਸ਼ਤੇ ਜਨਮ ਲੈਂਦੇ ਹੈ। ਸੋ ਇੱਕ ਜਣੇ ਦਾ ਜਨਮ ਨਹੀਂ ਹੁੰਦਾ, ਕਈ ਨਵੀਆਂ ਚੀਜ਼ਾਂ ਦਾ ਜਨਮ ਹੁੰਦਾ, ਔਰ ਉਹਨੇ ਇਹਨਾਂ 5 ਸਾਲਾਂ ਦੇ ਵਿੱਚ ਉਹਨੇ ਮਾਂ ਵੀ ਬਣਨਾ ਹੈ।
ਤੇ ਇਹ ਵੀ ਹੈ ਵੀ ਉਹ ਇਹਨਾਂ ਰਿਸ਼ਤਿਆਂ ਨੂੰ ਨਿਭਾ ਸਕਦੀ ਹੈ ਸਹੀ ਤਰੀਕੇ ਨਾਲ, ਇਹ ਜ਼ਿੰਮੇਵਾਰੀ ਵੱਡੀ ਹੈ, ਇਹ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਹੁਣ ਅੱਜ ਦਾ ਦੌਰ ਬਦਲ ਗਿਆ ਕਿ ਝੱਟ ਮੰਗਣੀ ਵੀ ਨਹੀਂ ਹੁੰਦੀ, ਬੱਚੇ ਜਿਹੜੇ ਨੇ ਲਿਵ ਇਨ 'ਚ ਰਹਿਣਾ ਪਸੰਦ ਕਰਨ ਲੱਗ ਗਏ ਕਿਉਂਕਿ ਜ਼ਿੰਮੇਵਾਰੀਆਂ ਤੋਂ ਦੌੜਨਾ ਸ਼ੁਰੂ ਹੋ ਗਏ। ਦੌਰ ਹੀ ਐਸਾ ਆ ਗਿਆ ਕਿ ਜ਼ਿੰਮੇਵਾਰੀ ਚੁੱਕਣ ਲਈ ਯੂਥ ਤਿਆਰ ਨਹੀਂ ਹੈ। ਪਰ ਨਹੀਂ, ਸਾਨੂੰ ਇਹ ਸਿੱਖਿਆ ਨਹੀਂ ਦਿੱਤੀ ਗਈ ਸੀ ਔਰ ਅਸੀਂ ਮੈਨੂੰ ਲੱਗਦਾ ਸਿਖਾਉਣਾ ਪੈਂਦਾ ਹੀ ਨਹੀਂ ਸੀ। ਸਾਨੂੰ ਆਪਣੇ ਆਪ ਹੀ ਪਤਾ ਹੁੰਦਾ ਸੀ। ਦੇਖੋ ਉਦੋਂ ਮਾਵਾਂ ਦਹੇਜ ਬਣਾਉਂਦੀਆਂ ਸੀ, ਪਤਾ ਹੁੰਦਾ ਸੀ ਕਿ ਕੁੜੀ ਨੂੰ ਵਿਆਹ ਕੇ ਦੂਸਰੇ ਘਰ ਭੇਜਣਾ, ਉਹਦਾ ਆਪਣਾ ਪਰਿਵਾਰ ਬਣਨਾ ਹੈ, ਠੀਕ ਹੈ, ਘਰ ਪਰਿਵਾਰ ਬਣੇਗਾ। ਅੱਜ ਦੀਆਂ ਮਾਵਾਂ ਦਾਜ ਨਹੀਂ ਬਣਾਉਂਦੀਆਂ। ਉਹ ਕਹਿੰਦਾ ਕੁੜੀ ਨੌਕਰੀ ਕਰਕੇ ਆਪੇ ਬਣਾ ਲੂਗੀ, ਕੁੜੀ ਦੀ ਨੌਕਰੀ ਪੜ੍ਹਾਈ ਲਿਖਾਈ ਛੱਡ ਦਾਜ ਹੈ, ਪੜ੍ਹਾਈ ਲਿਖਾਈ ਅੱਜ ਦਾਜ। ਈਵਨ ਮੇਰੀ ਬੇਟੀ ਜਿਹੜੀ ਮੈਰਿਜੇਬਲ ਏਜ ਦੀ ਹੈ, ਮੈਂ ਉਹਦੇ ਲਈ, ਮੈਂ ਕੋਈ ਬੇਟੀ ਨਹੀਂ ਹੈ ਮੇਰੇ ਘਰ ਦੇ ਵਿੱਚ। ਹਾਂ, ਮੇਰੀ ਇੱਕ ਨਾਨੀ ਨੇ ਤੇ ਮੇਰੀ ਮਾਂ ਨੇ ਤੇ ਇੱਕ ਮੈਂ, ਅਸੀਂ ਤਿੰਨਾਂ ਨੇ ਰਲ ਕੇ ਕਰੋਸ਼ੀਏ ਦੀ ਇੱਕ ਚੱਦਰ ਬਣਾਈ ਸੀ ਧਾਗੇ ਦੀ, ਹੈ ਨਾ, ਉਹ ਮੈਂ ਸੰਭਾਲ ਕੇ ਰੱਖੀ ਕਿ ਹਾਂ ਇਹ ਇੱਕ ਸੌਗਾਤ ਦੇ ਰੂਪ 'ਚ ਮੈਂ ਆਪਣੀ ਧੀ ਨੂੰ ਦੇਵਾਂਗੀ ਤੇ ਮੈਂ ਚਾਹਾਂਗੀ ਮੇਰੀ ਧੀ ਅੱਗੇ ਆਪਣੀ ਧੀ ਨੂੰ ਦੇਵੇ। ਸੋ ਆਪਾਂ ਗੱਲ ਤੁਹਾਡੀ ਕਿਤਾਬਾਂ ਦੀ ਸ਼ੁਰੂ ਕਰ ਲੈਂਦੇ ਹਾਂ। ਫਿਲਹਾਲ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਹਾਲ ਹੀ ਦੇ ਵਿੱਚ ਕਿਤਾਬ ਆਈ ਹੈ ਪਿੱਛੇ ਰਹਿ ਗਿਆ ਦੂਰ, ਕਹਾਣੀ ਸੰਗ੍ਰਹਿ ਹੈ, ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਤੇ ਇਹਦੇ ਵਿੱਚ ਕਿੰਨੀਆਂ ਕਹਾਣੀਆਂ ਨੇ ਤੇ ਕਿਹੜੇ ਕਿਹੜੇ ਵਿਸ਼ੇ ਨੇ ਤੁਸੀਂ ਜਿਹੜੇ ਉਹ ਕਹਾਣੀਆਂ ਦੇ ਰੱਖੇ ਹੋਏ? ਇਹ ਪਿੱਛਾ ਰਹਿ ਗਿਆ ਦੂਰ ਰੀਸੈਂਟਲੀ ਆਈ ਹੈ ਕਿਤਾਬ ਜੀ। ਇਹਦੇ ਵਿੱਚ 11 ਕਹਾਣੀਆਂ ਨੇ, 11 ਹੀ ਵਿਸ਼ੇ ਨੇ ਔਰ ਇਹਦੇ ਵਿੱਚ ਜਿਹੜੀਆਂ 2 ਕਹਾਣੀਆਂ ਨੇ 2018 ਦੀ ਕਹਾਣੀ ਦੀਆਂ ਬਿਹਤਰੀਨ ਸਾਲ ਦੀਆਂ ਕਹਾਣੀਆਂ ਵਿੱਚ ਚੁਣੀਆਂ ਗਈਆਂ ਸੀ। ਪਿੱਛਾ ਰਹਿ ਗਿਆ ਦੂਰ ਜਿਹੜੀ ਕਿਤਾਬ ਦੇ ਟਾਈਟਲ ਨੇਮ ਦੀ ਕਹਾਣੀ ਹੈ ਔਰ ਦੂਸਰੀ ਹੈ ਡਾਂਸ ਫਲੋਰ। ਤੇ ਇਹ ਜਿਵੇਂ ਤੁਸੀਂ ਟਾਈਟਲ ਜਿਹੜਾ ਰੱਖਿਆ 8ਵੇਂ ਨੰਬਰ ਤੇ ਤੁਸੀਂ ਕਹਾਣੀ ਲਿਖੀ ਹੈ, ਇਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ। ਇਹ 8ਵੇਂ ਨੰਬਰ ਤੇ ਕਿਹੜੀ ਕਹਾਣੀ? ਹਾਂਜੀ, ਪਿੱਛਾ ਰਹਿ ਗਿਆ ਦੂਰ। ਪਿੱਛਾ ਰਹਿ ਗਿਆ ਦੂਰ ਦੇਖੋ, ਇਹ ਘਰ ਦੀ ਕਹਾਣੀ ਹੈ। ਮਨੁੱਖੀ ਜੀਵਨ ਜਦੋਂ ਤੋਂ ਅਸੀਂ ਜਿਹੜਾ ਸੀ ਉਹ ਘਰ ਦੀ ਅਹਿਮੀਅਤ ਪਤਾ ਲੱਗੀ ਸਾਨੂੰ, ਹੈ ਨਾ, ਤੇ ਸਭ ਤੋਂ ਪਹਿਲਾਂ ਸਾਨੂੰ ਹੁੰਦਾ ਹੈ ਕਿ ਸਿਰ ਦੀ ਛੱਤ ਜ਼ਰੂਰ ਹੋਣੀ ਚਾਹੀਦੀ ਹੈ। ਇਹ ਸੁਪਨਾ ਆਦਮੀ ਦਾ ਵੀ ਹੁੰਦਾ ਹੈ, ਲੇਕਿਨ ਮੈਨੂੰ ਲੱਗਦਾ ਹੈ ਕਿ ਔਰਤ ਦਾ ਜ਼ਿਆਦਾ ਹੁੰਦਾ ਹੈ। ਇਹਦੇ ਵਿੱਚ ਜਿਹੜੀ ਕਹਾਣੀ ਹੈ ਨਾ, ਕਿੰਨਾ ਉਹ ਸਟਰਗਲ ਕਰਦੇ ਨੇ। ਇੱਕ ਬੰਦਾ ਜਿਹੜਾ ਸਰਕਾਰੀ ਕੁਆਟਰ ਵਿੱਚ ਰਹਿ ਰਿਹਾ, ਕਿਵੇਂ ਉਹ ਆਪਣਾ, ਉਹਦੀ ਜਿਹੜੀ ਵਾਈਫ ਹੈ ਤਿਨਕਾ ਜੋੜ ਕੇ ਘਰ ਬਣਾਉਂਦੀ ਹੈ, ਲੇਕਿਨ ਜਦੋਂ ਤੱਕ ਉਹ ਘਰ ਬਣਦਾ ਹੈ, ਬੱਚੇ ਕਿਉਂਕਿ ਬਾਹਰ ਪੜ੍ਹੇ ਹੈ, ਬੇਟੀ ਵਿਆਹ ਕੇ ਆਪਣੇ ਘਰ ਚਲੀ ਗਈ ਹੈ, ਬੇਟਾ ਜਿਹੜਾ ਉਹਦੀ ਜੌਬ ਜਿਹੜੀ ਉਹ ਬਾਹਰ ਕਿਸੇ ਹੋਰ ਜਗ੍ਹਾ 'ਤੇ ਹੈ, ਉਹ ਆਪਣੇ ਮਾਂ-ਬਾਪ ਨੂੰ ਛੱਡਿਆ ਨਹੀਂ ਹੈ। ਬਹੁਤ ਅੱਛਾ ਬੱਚਾ ਹੈ ਜਿਹੜਾ ਕਿ ਆਪਣੇ ਮਾਂ-ਬਾਪ ਨੂੰ ਆਪਣੇ ਤੋਂ ਅਲੱਗ ਵੀ ਨਹੀਂ ਰੱਖ ਰਿਹਾ। ਮਾਂ ਦੀ ਉਦੋਂ ਡੈਥ ਹੋ ਜਾਂਦੀ ਹੈ ਜਦੋਂ ਹਜੇ ਉਹਨੂੰ ਘਰ 'ਚ ਰਹਿਣਾ ਨਸੀਬ ਵੀ ਨਹੀਂ ਹੋਇਆ। ਤੇ ਜਿਹੜਾ ਆਦਮੀ ਹੈ, ਜਿਹੜਾ ਆਦਮੀ ਜਿਹਨੇ ਘਰ ਬਣਾਇਆ, ਉਹਦਾ ਬੇਟਾ, ਕਿਉਂਕਿ ਉਹਨੇ ਆਪਣਾ ਘਰ ਉੱਥੇ ਬਣਾ ਲਿਆ ਜਿੱਥੇ ਉਹਦੀ ਜੌਬ ਹੈ, ਉਹ ਆਪਣੇ ਫਾਦਰ ਨੂੰ ਇਕੱਲਾ ਛੱਡਣਾ ਹੀ ਨਹੀਂ ਚਾਹੁੰਦਾ, ਉਹ ਉੱਥੇ ਚਲਾ ਗਿਆ। ਜਿਹੜਾ ਘਰ ਬਣਾਇਆ ਸੀ ਉਹਨੂੰ ਤਾਲਾ ਵੱਜਿਆ ਹੋਇਆ ਤੇ ਬੇਟਾ ਉਹਨੂੰ ਵੇਚਣ ਦੇ ਵਾਸਤੇ ਤਿਆਰੀ ਕਰ ਰਿਹਾ ਤੇ ਬਾਪ ਜਿਹੜਾ ਉਹਨੂੰ ਫਿਰ ਤਾਲਾ ਲਗਾ ਕੇ ਜਾ ਰਿਹਾ ਤੇ ਪੋਤੇ ਨੂੰ ਚਾਬੀ ਫੜਾ ਰਿਹਾ ਕਿ ਹੋ ਸਕਦਾ ਹੈ ਕਿ ਵੱਡਾ ਹੋ ਕੇ ਇਹਦੀ ਜਿਹੜੀ ਚਾਬੀ ਮੇਰਾ ਪੋਤਾ ਸੰਭਾਲ ਲੇ। ਹਲੇ ਕਿੱਦਾਂ ਇਹ ਅੱਜ ਲੱਗਦਾ 100 ਦੇ ਵਿੱਚੋਂ 75 ਦੇ ਕਰੀਬ ਪਰਿਵਾਰਾਂ ਦੀ ਇਹ ਕਹਾਣੀ ਹੈਗੀ। ਬਿਲਕੁਲ, ਮੈਨੂੰ ਲੱਗਦਾ ਕਿ 99% ਪਰਿਵਾਰਾਂ ਦੀ ਇਹ ਕਹਾਣੀ ਹੈ। ਅੱਜ ਅਸੀਂ ਵੀ ਮੰਨ ਲਓ, ਮੈਂ ਸਾਡਾ ਜਿਹੜਾ ਕਲਚਰ ਹੈ ਉਹ ਇਹ ਸਿਖਾਉਂਦਾ ਵੀ ਮਾਂ ਪਿਓ ਨਾ ਸਾਰਾ ਕੁਝ ਆਪਣੇ ਜਵਾਕਾਂ ਲਈ ਜੋੜਦੇ ਨੇ। ਬਿਲਕੁਲ ਪਰ ਹੁਣ ਇਹ ਥੋੜਾ ਜਿਹਾ ਬਦਲਣ ਲੱਗ ਰਿਹਾ। ਤੇ ਹੁਣ ਜਵਾਕ ਜਿਵੇਂ ਕੋਈ ਫੋਰਨ ਚਲੇ ਗਿਆ, ਕੈਨੇਡਾ ਅਮਰੀਕਾ ਜਾ ਕੇ ਵਸ ਗਏ ਨੇ, ਤੇ ਉਹ ਪਿੰਡ ਵਾਲੀਆਂ ਜ਼ਮੀਨਾਂ ਅਗਲੇ ਕਹਿੰਦੇ ਵੀ ਇੰਨੇ ਜੋਗੇ ਅਸੀਂ ਕਰ ਦਈਏ ਵੀ ਕੱਲ ਨੂੰ ਜੇ ਅਸੀਂ ਮਰ ਵੀ ਜਾਂਦੇ ਹਾਂ ਆ ਕੇ ਸਾਡੀਆਂ ਜ਼ਮੀਨਾਂ ਤਾਂ ਵੇਚ ਜਾਣ। ਅਸਲੀਅਤ ਹੀ ਇਹੀ ਹੈ। ਔਰ ਇਹ ਗੱਲ ਨਾ ਸਿਰਫ ਆਪਾਂ ਜ਼ਮੀਨਾਂ ਵਾਲਿਆਂ ਦੀ ਨਹੀਂ, ਅਸੀਂ ਮੰਨ ਲਓ ਬਿਜ਼ਨਸ ਵਾਲੇ ਵੀ ਆ ਨਾ, ਸਾਡੇ ਬਿਜ਼ਨਸ ਵੀ ਨੇ, ਤਾਂ ਬੱਚੇ ਜਿਹੜੇ ਨੇ ਉਹ ਆਪਣਾ ਸਰਵਾਈਵਲ, ਜਿੱਥੇ ਦੇਖੋ ਅੱਗੇ ਵਧਣਾ, ਵਿਕਾਸ ਜਿਹੜਾ ਨਾ ਉਹ ਮਨੁੱਖ ਦੀ ਫਿਤਰਤ ਹੈ ਔਰ ਵਿਕਾਸ ਤੁਸੀਂ ਰੋਕ ਵੀ ਨਹੀਂ ਸਕਦੇ। ਹੁਣ ਉਹਦੇ ਵਿਕਾਸ ਦੀਆਂ ਜੜ੍ਹਾਂ ਕਿੱਥੋਂ ਸ਼ੁਰੂ ਹੋ ਕੇ ਉਹਨਾਂ ਨੇ ਆਪਣੀ ਛਾਂ ਕਿੱਥੋਂ ਤੱਕ ਫੈਲਾਣੀ ਹੈ, ਇਹ ਤਾਂ ਆਉਣ ਵਾਲੀ ਜਨਰੇਸ਼ਨ ਨੇ ਤੈਅ ਕਰਨਾ ਹੈ ਨਾ। ਅਸੀਂ ਬਾਉਂਡਰੀਜ਼ ਨਹੀਂ ਲਗਾ ਸਕਦੇ। ਅਸੀਂ ਠੀਕ ਹੈ, ਅਸੀਂ ਆਪਣੇ ਹਰ ਬੰਦਾ ਨਾ ਇਹ ਕਹਿੰਦਾ ਜ਼ਰੂਰ ਮੈਂ ਆਪਣੇ ਬੱਚਿਆਂ ਲਈ ਬਣਾ ਰਿਹਾ, ਬਣਾ ਵੀ ਰਹੇ ਹੁੰਦੇ ਹਾਂ, ਲੇਕਿਨ ਸੁਪਨੇ ਅਸੀਂ ਆਪਣੇ ਹੀ ਪੂਰੇ ਕਰ ਰਹੇ ਹੁੰਦੇ ਹਾਂ। ਸਹੀ ਗੱਲ ਹੈ, ਕਿਉਂਕਿ ਉਹੀ ਸਾਡੇ ਸੁਪਨੇ ਹੁੰਦੇ ਨੇ, ਉਹੀ ਸਾਡੇ ਸੁਪਨੇ ਹੁੰਦੇ ਆ ਅਸਲ ਦੇ ਵਿੱਚ। ਬਿਲਕੁਲ, ਉਹ ਸਾਡੇ ਆਪਣੇ ਹੀ ਸੁਪਨੇ ਹੁੰਦੇ ਜਿਨ੍ਹਾਂ ਨੂੰ ਅਸੀਂ ਜੀ ਰਹੇ ਹੁੰਦੇ ਹਾਂ। ਬੰਦੂਕ ਸਿਰਫ ਬੱਚਿਆਂ ਦੇ ਮੋਢਿਆਂ ਤੇ ਰੱਖੀ ਹੁੰਦੀ ਹੈ। ਤੇ ਇਹਦੇ ਜਿਹੜੇ ਜ਼ਿਆਦਾਤਰ ਤੁਹਾਡੇ ਕਰੈਕਟਰ ਨੇ ਉਹ ਫਿਰ ਜ਼ਿਆਦਾ ਸ਼ਹਿਰੀ ਜੀਵਨ ਨਾਲ ਸੰਬੰਧਿਤ ਨੇ ਕਿ ਪੇਂਡੂ ਜੀਵਨ ਨਾਲ? ਕਿਉਂਕਿ ਤੁਹਾਡੀ ਰਹਿਣੀ ਕਦੀ ਸ਼ਹਿਰ 'ਚ, ਫਿਰ ਆਲੇ ਦੁਆਲੇ ਵਾਲੇ ਉਹੀ ਆਪਾਂ ਨੂੰ ਮਿਲਦੇ ਨੇ। ਮੇਰੇ ਅੰਦਰ ਪਿੰਡ ਵਸਦੇ। ਮੈਂ ਕਸਮ ਨਾਲ ਖੁਦ ਬੜੀ ਹੈਰਾਨ ਹੁੰਦੀ ਹਾਂ ਇਸ ਗੱਲ ਤੋਂ
ਕਿ ਮੇਰਾ ਤਾਂ ਵੀ ਜਦੋਂ ਜਨਮ ਵੀ ਪਿੰਡ ਨਹੀਂ ਹੋਇਆ, ਪਰ ਕਿਉਂਕਿ ਸਾਡੀ ਢਾਣੀ ਆਪਣੀ ਹੈ ਔਰ ਢਾਣੀ ਤੋਂ 4 ਕਿਲੋਮੀਟਰ ਤੇ ਸਾਡਾ ਸ਼ਹਿਰ ਜਿੱਥੇ ਘਰ ਹੈ ਉੱਥੇ ਹੈ, ਤਾਂ ਪਿੰਡ ਸਾਡਾ ਜਿਹੜਾ ਸੀ ਰੈਗੂਲਰ ਆਣਾ ਜਾਣਾ ਵੀ ਰਹਿੰਦਾ ਸੀ। ਚਾਹੇ ਵਿਤਰੀ ਜ਼ਿਆਦਾ ਮੈਂ ਸ਼ਹਿਰ ਵਿੱਚ ਹਾਂ, ਪਰ ਮੇਰੇ ਅੰਦਰੋਂ ਪਿੰਡ ਕਦੀ ਵੀ ਨਹੀਂ ਮਰਿਆ ਹੈ ਨਾ, ਉਹ ਜ਼ਿਆਦਾ ਹਾਵੀ ਪਿੰਡ ਹੀ ਰਿਹਾ ਮੇਰੇ। ਤਾਂ ਤੁਸੀਂ ਦੇਖੋਗੇ ਜਦੋਂ ਪਿੰਡੂ ਕਲਚਰ ਦੀ ਤੁਸੀਂ ਕਹਾਣੀਆਂ ਮੇਰੀਆਂ ਪੜ੍ਹੋਗੇ ਨਾ, ਤੇ ਉਹਨਾਂ ਦੀ ਭਾਸ਼ਾ ਜਿਹੜੀ ਹੈ ਤੁਹਾਨੂੰ ਕਦੀ ਵੀ ਨਹੀਂ ਲੱਗੇਗਾ ਕਿ ਇੱਕ ਜਿਹੜੀ ਉਹ ਸ਼ਹਿਰ ਦੀ ਔਰਤ ਨੇ ਇਹ ਕਹਾਣੀ ਲਿਖੀ ਹੋਈ, ਤੁਹਾਨੂੰ ਲੱਗੇਗਾ ਕਿ ਲੇਖਕ ਜਿਹੜਾ ਉਹਦਾ ਸਾਰਾ ਰਹਿਤਲ ਸਾਰਾ ਕੁਝ ਉਹ ਪਿੰਡ ਦਾ ਹੀ ਹੈ। ਕਿੰਨੇ ਸਮੇਂ ਦੇ ਵਿੱਚ ਤੁਹਾਡੇ ਤੇ 13 ਕਹਾਣੀਆਂ ਨੇ ਕਿੰਨੀ ਕੁ ਮਿਹਨਤ ਲਈ ਹੈ, ਕਿੰਨਾ ਕੁ ਸਮਾਂ ਲਿਆ? ਦੇਖੋ ਹੁਣ ਜੇ ਆਪਾਂ ਸਮਾਂ ਲਿਆ ਨਾ, ਤੇ ਹੁਣ ਡਾਂਸ ਫਲੋਰ ਜਿਹੜੀ ਕਹਾਣੀ ਹੈ, ਜੇ ਭਾਵੇਂ ਇਹਨੂੰ ਮਿਲੀ 1 ਸਾਲ 6 ਮਹੀਨਿਆਂ ਵਿੱਚ ਪੂਰਾ ਇਹਨੂੰ ਕਰ ਲਿਆ ਹੋਏ ਹੈ ਨਾ, ਪੋਲਿਸ਼ ਕਰਕੇ ਡਰਾਫਟਿੰਗ ਤੋਂ ਲੈ ਕੇ ਪੋਲਿਸ਼ਿੰਗ ਤੱਕ ਕਹਾਣੀ ਦੀ 5-6 ਮਹੀਨੇ ਵਿੱਚ ਚਾਹੇ ਇਹਨੂੰ ਪੂਰਾ ਕਰ ਲਿਆ ਹੋਵੇ, ਪਰ ਉਸ ਕਹਾਣੀ ਦਾ ਜਿਹੜਾ ਸਫ਼ਰ ਹੈ ਨਾ ਉਹ 20 ਸਾਲ ਲੰਬਾ ਸਫ਼ਰ ਹੈ। ਉਹ ਇੱਕ ਦਿਨ ਦੀ ਕਹਾਣੀ ਨਹੀਂ ਹੈ, ਇੱਕ ਦਿਨ ਦੀ ਕੋਈ ਵੀ ਕਹਾਣੀ ਨਹੀਂ ਹੁੰਦੀ, ਚਾਹੇ ਉਹ ਇੱਕ ਦਿਨ ਵਿੱਚ ਛੱਡ ਕੇ 1 ਘੰਟੇ ਵਿੱਚ ਲਿਖੀ ਜਾਏ, ਪਰ ਉਹ 1 ਘੰਟੇ ਦੀ ਕਹਾਣੀ ਨਹੀਂ ਹੁੰਦੀ। ਹਰ ਕਹਾਣੀ ਦੇ ਪਿੱਛੇ ਬੜਾ ਲੰਬਾ ਸਫ਼ਰ ਹੁੰਦਾ ਹੈ, ਕਿਉਂਕਿ ਉਹਦੇ ਵਿੱਚ ਪਾਤਰ ਨੇ, ਉਹਦੇ ਵਿੱਚ ਘਟਨਾਵਾਂ ਨੇ, ਉਹਦੇ ਵਿੱਚ ਸਮਾਂ ਹੈ, ਉਹਦੇ ਵਿੱਚ ਬੜਾ ਕੁਝ ਹੈ ਜਿਹੜਾ ਕਿ ਆਪਣੀ ਤਬਦੀਲੀ ਲੈ ਕੇ ਉਹ ਇੱਕ ਕਹਾਣੀ ਦੇ ਰੂਪ 'ਚ ਸਮਾਂ ਹੋ ਰਿਹਾ। ਕਦੀ ਲਿਖਣ ਦੇ ਵਿੱਚ ਤਾਂ ਭਾਵੇਂ ਤੁਹਾਨੂੰ 1 ਦਿਨ ਲੱਗਿਆ ਹੋਵੇ ਹੈ ਨਾ, ਕਹਾਣੀ ਸਮੇਟ ਲਈ ਸ਼ੁਰੂ ਕਰਤੀ, ਲਿਖਣ 'ਚ ਤੁਸੀਂ 1 ਦਿਨ ਲੈ ਸਕਦੇ ਹੋ, ਪਰ ਕਹਾਣੀ ਬਣਾਉਣ ਦੇ ਵਿੱਚ ਕਹਿ ਦਈਏ ਸਮਾਂ ਬਹੁਤ ਲੱਗਦਾ। ਹਾਂ ਬਿਲਕੁਲ ਲੱਗਦਾ। ਹੁਣ ਕੋਈ ਕਹਾਣੀ ਤੁਹਾਡੇ ਜ਼ਿਹਨ 'ਚ ਸਮਾਂ ਹੀ ਨਹੀਂ ਮਿਲ ਰਿਹਾ, ਕਹਿ ਦਈਏ ਪਿਛਲੇ 1-2 ਸਾਲ ਤੋਂ ਬਿਲਕੁਲ ਕਹਾਣੀ ਜ਼ਿਹਨ 'ਚ 2 ਸਾਲ ਤੋਂ ਕਹਾਣੀ ਚਲੀ ਆ ਰਹੀ ਹੈ, ਤੇ ਅੱਜ ਸਬਬ ਬਣਿਆ ਜੇ 1 ਦਿਨ 'ਚ ਲਿਖਤੀ। ਦੇਖੋ ਕਾੜਨੀ ਦੇ ਦੁੱਧ ਦਾ ਤੇ ਪਤੀਲੇ ਦੇ ਦੁੱਧ ਦਾ ਫਰਕ ਤਾਂ ਹੁੰਦਾ ਹੀ ਹੈ। ਜੀ ਜੀ ਸਹੀ ਗੱਲ ਹੈ। ਤੇ ਆਪਾਂ ਹੁਣ ਤੁਹਾਡੇ ਗਿਣਤੀ ਦੀ ਕਿਤਾਬਾਂ ਦੀ ਸਾਡੇ ਨਾਲ ਮਾੜੇ ਸਾਂਝ ਪਾਓ, ਕਿੰਨੀਆਂ ਹੁਣ ਤੱਕ ਲਿਖ ਚੁੱਕੇ? ਮੇਰੀਆਂ ਹੁਣ ਤੱਕ 7 ਕਿਤਾਬਾਂ ਜਿਹੜੀਆਂ ਨੇ ਪਬਲਿਸ਼ ਹੋ ਚੁੱਕੀਆਂ ਨੇ। 8ਵੀਂ ਕਿਤਾਬ ਜਿਹੜੀ ਹੈ ਉਹ ਪਬਲਿਸ਼ਿੰਗ ਪ੍ਰੋਸੈਸ ਵਿੱਚ ਹੈ, ਜਿਸ ਦੇ ਵਿੱਚ ਕਹਾਣੀ ਵੀ ਹੈ, ਨਾਟਕ ਵੀ ਹੈ, ਫੋਕਲੋਰ ਵੀ ਹੈ ਤੇ ਵਾਰਤਕ ਵੀ ਹੈ। ਨਾਟਕਾਂ ਦੇ ਕਿੰਨੀਆਂ ਕਿਤਾਬਾਂ? ਮੇਰੇ ਪਹਿਲੇ 5 ਇਕਾਂਗੀ ਦੀ ਜਿਹੜੀ ਉਹ ਕਿਤਾਬ ਆ ਚੁੱਕੀ ਹੋਈ ਹੈ। 5 ਇਕਾਂਗੀਆਂ ਲਿਖੀਆਂ? 5 ਇਕਾਂਗੀਆਂ ਉਹ ਨੇ। ਉਸ ਤੋਂ ਬਿਨਾਂ ਜਿਹੜੀਆਂ ਸਟੇਜ ਹੋ ਚੁੱਕੇ ਨੇ ਪਰ ਪਬਲਿਸ਼ ਨਹੀਂ ਹੋਏ, ਔਰ ਇੱਕ ਜਿਹੜਾ ਵੱਡਾ ਨਾਟਕ ਜਿਸ ਦੇ 95 ਪੇਜਿਸ ਕਿਤਾਬ ਦੇ ਬਣੇ ਹੈ, ਔਰ ਵੱਡ ਆਕਾਰੀ ਉਹ ਨਾਟਕ ਹੈ ਕੰਪਲੀਟ। ਕਿੰਨੇ ਪਾਰਟ ਦੇ ਵਿੱਚ? ਉਹਦਾ 18 ਰੁੱਤ ਦਾ ਸੇਕ ਉਸਦਾ ਨਾਮ ਹੈ ਨਾ ਨਾਟਕ ਦਾ, ਔਰ ਉਹਦੇ ਦ੍ਰਿਸ਼ ਜਿਹੜੇ ਨੇ 22 ਦ੍ਰਿਸ਼ ਉਸਦੇ ਚੱਲਦੇ ਨੇ। ਪੂਰਾ ਜ਼ਿੰਦਗੀ ਦਾ ਸਫ਼ਰ ਹੈ, ਉਸਦੇ ਵਿੱਚ ਅਲੱਗ-ਅਲੱਗ ਚੱਲਦੇ ਨੇ, ਲੇਕਿਨ ਉਹਨੂੰ ਉਹ ਜਿਹੜਾ ਹੈ ਲਿਖਿਆ ਪ੍ਰੋਪਰ। ਮੈਂ ਸਟੱਡੀ ਬਹੁਤ ਕਰਦੀ ਹਾਂ, ਜਦੋਂ ਵੀ ਕੁਝ ਲਿਖਣਾ ਹੁੰਦਾ ਤਾਂ ਮੈਂ ਇਹ ਨਹੀਂ ਹੈ ਕਿ ਦਿਮਾਗ 'ਚ ਇੱਕ ਚੀਜ਼ ਉਤਰ ਆਈ ਅਤੇ ਉਹਨੂੰ ਫਟਾਫਟ ਕਲਮੀ ਰੂਪ ਦੇ ਦਿੱਤਾ। ਉਹ ਨਾਟਕ ਜਿਹੜਾ ਹੈ 2007 ਦਾ ਜਿਹੜਾ ਸੀਨੀਅਰ ਸਿਟੀਜ਼ਨ ਐਕਟ ਹੈ ਉਹਨੂੰ ਮੂਲ ਆਧਾਰ ਬਣਾ ਕੇ ਲਿਖਿਆ ਗਿਆ ਹੋਇਆ। ਪਾਤਰ ਜਿਹੜੇ ਨੇ ਲੇਕਿਨ ਉਹਦੇ 'ਚ ਕੋਡ ਨਹੀਂ ਕੀਤਾ ਅਸੀਂ ਐਕਟ ਨੂੰ, ਲੇਕਿਨ ਜਿਵੇਂ ਜੋ ਕੁਝ ਵਾਪਰ ਰਿਹਾ ਹੈ, ਜਿਸ ਸਥਿਤੀ ਵਿੱਚੋਂ ਪਾਤਰ ਨਿਕਲ ਰਿਹਾ ਹੈ, ਤਾਂ ਕਿਸ ਤਰੀਕੇ ਨਾਲ ਉਹ ਐਕਟ ਜਿਹੜਾ ਉਹ ਬਜ਼ੁਰਗਾਂ ਲਈ ਹੈਲਪਫੁਲ ਹੋ ਰਿਹਾ, ਉਹਨੂੰ ਆਧਾਰ ਬਣਾ ਕੇ। ਜੀ ਤੁਹਾਡੀਆਂ ਕਹਾਣੀਆਂ ਦੀ ਬਾਕੀ ਕਿਤਾਬਾਂ 'ਤੇ ਵੀ ਗੱਲਬਾਤ ਕਰਾਂਗੇ, ਤੇ ਖਾਸ ਤੌਰ 'ਤੇ ਜਿਵੇਂ ਕਹਿ ਦਈਏ ਤੁਹਾਡੀ ਟੋਟਕਿਆਂ ਦੀ ਕਿਤਾਬ ਜਿਹੜੀ ਆ, ਤੇ ਕਿਤਾਬ ਜਿਹੜੀ ਤੁਸੀਂ ਬੱਸ ਵਾਲੇ ਸਫ਼ਰ ਦੀ ਗੱਲ ਕਰਦੇ ਹੋ, ਉਹਦੀ ਵੀ ਗੱਲਬਾਤ ਕਰਦੇ ਹਾਂ। ਫਿਲਹਾਲ ਸਮਾਂ ਸਾਡੇ ਕੋਲ ਇੱਕ ਨਿੱਕੇ ਜਿਹੇ ਬ੍ਰੇਕ ਦੋਗੇ? ਸ਼ੋਰ ਜੀ। ਸੋ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਜਲਦ ਹਾਜ਼ਰ ਹੋਣਾ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ। ਗੱਲਬਾਤ ਕਰ ਰਹੇ ਸੀਗੇ ਦੀਪਤੀ ਬੂਟਾ ਜੀ ਨਾਲ। ਮੈਮ ਸਵਾਗਤ ਕਰਦੀ ਬ੍ਰੇਕ ਤੋਂ ਫਿਰ ਤੋਂ ਜੀ। ਸ਼ੁਕਰੀਆ। ਤੁਹਾਡੀਆਂ ਕਹਾਣੀਆਂ ਦੀ ਕਿਤਾਬਾਂ ਬਾਰੇ ਗੱਲਬਾਤ ਕਰ ਰਹੇ ਸੀ, ਨਾਲ ਦੀ ਨਾਲ ਕਹਿ ਦਈਏ ਇਕਾਂਗੀ ਦੇ ਉੱਤੇ। ਤੇ ਖੈਰ ਜਿਵੇਂ ਪਹਿਲੀ ਤੁਹਾਡੀ ਹੁਣ ਜਿਹੜੀ ਹਾਲ ਹੀ ਵਿੱਚ ਕਿਤਾਬ ਆਈ ਪਿੱਛੇ ਉਹਦੇ ਬਾਰੇ ਤੁਸੀਂ ਜ਼ਿਕਰ ਕੀਤਾ, ਤੇ ਇਹ ਤੁਹਾਡੀ ਜਿਹੜੀ ਪਹਿਲੀ ਆ ਕੁਝ ਤੇਰੀਆਂ ਕੁਝ ਮੇਰੀਆਂ ਕਹਾਣੀਆਂ ਦੀ ਕਿਤਾਬ ਹੈ। ਜਦੋਂ ਆਪਾਂ ਇਹਦਾ ਨਾ ਜਿੱਥੇ ਕਹਾਣੀਆਂ ਟਾਈਟਲ ਲਿਖੇ ਹੋਏ ਨੇ, ਬੜਾ ਕਈ ਵਾਰ ਹੁੰਦਾ ਨਾ ਜਿਹੜੇ ਬਹੁਤੇ ਲੋਕ ਨੇ ਇਹ ਮੰਨਦੇ ਵੀ ਟਾਈਟਲ ਸਰਲੇਖ ਜਿਹੜਾ ਲਿਖਿਆ ਹੋਇਆ ਇਹ ਬੜਾ ਤੁਹਾਡੀ ਖਿੱਚਦਾ, ਅਟਰੈਕਟਿਵ ਤੁਹਾਨੂੰ ਬਣਾਉਂਦਾ ਹੈ, ਤਾਂ ਵੀ ਬੜਾ ਸੋਚ ਸਮਝ ਕੇ ਲਿਖਣਾ ਪੈਂਦਾ। ਹਾਂ ਨੈਚੁਰਲ ਜੀ ਗੱਲ ਹੈ। ਤੇ ਹੁਣ ਮੈਂ ਜਦੋਂ ਦੇਖ ਰਿਹਾ ਸੀ ਇਹਦੇ ਵਿੱਚ ਇੱਕ ਤੁਰਦੀਆਂ ਲਾਸ਼ਾਂ, ਕੀ ਖੋਇਆ ਕੀ ਪਾਇਆ, ਮੁੜਕੇ ਦਾ ਮੁੱਲ, ਪਿੰਜਰੇ ਦਾ ਪੰਛੀ, ਗੁਨਾਹਾਂ ਦੇ ਫੁੱਲ, ਦੈਂਤ ਜਾਂ ਦੇਵਤਾ, ਫਰਿਸ਼ਤਾ ਕੌਣ, ਜਿਉਂਦਾ ਪੁੱਤ। ਆਪਣੇ ਆਪ ਦੇ ਵਿੱਚ ਇਹ ਜਦੋਂ ਸਰਲੇਖ ਆਪਾਂ ਪੜ੍ਹਦੇ ਹਾਂ ਤਾਂ ਹੁੰਦਾ ਹੀ ਪਤਾ ਪੜ੍ਹੀ ਇਹਨੂੰ ਵਿੱਚ ਦੇ ਕੀ ਹੈ, ਕਿਉਂਕਿ ਪ੍ਰਭਾਵੀ ਬਣਾਉਂਦੇ ਨੇ। ਸੋ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਨਾ ਚਾਹੂੰਗਾ ਵੀ ਕਿਤਾਬ ਤੁਹਾਡੀ ਪਹਿਲੀ ਕਿਤਾਬ ਹੈ, ਕਦੋਂ ਤੁਸੀਂ ਲਿਖੀ ਆ, ਤੇ ਇਹਨਾਂ ਕਹਾਣੀਆਂ ਦੇ ਵਿੱਚ ਜ਼ਿਆਦਾਤਰ ਤੁਸੀਂ ਕਿਹੜੇ ਸਮਾਜਿਕ ਪ੍ਰਭਾਵ ਨੂੰ ਕਬੂਲਿਆ ਤੇ ਕਿਹਨਾਂ ਉੱਤੇ ਜਿਹੜਾ ਤੁਸੀਂ? ਦੇਖੋ ਇਹ ਜਿਹੜੀ ਕਿਤਾਬ ਹੈ 2014 ਵਿੱਚ ਛਪਦੀ, 2014 ਵਿੱਚ ਜੀ, ਜਦੋਂ ਕਿ ਇਹਦੇ ਵਿੱਚ ਕਹਾਣੀਆਂ ਮੇਰੇ ਕਾਲਜ ਟਾਈਮ ਦੇ ਲਿਖੀਆਂ ਹੋਈਆਂ 2 ਕਹਾਣੀਆਂ ਵੀ ਸ਼ਾਮਿਲ ਕੀਤੀਆਂ ਹੋਈਆਂ। ਕਹਾਣੀਆਂ ਤਾਂ ਉਦੋਂ ਜ਼ਿਆਦਾ ਲਿਖੀਆਂ ਸੀ, ਪਰ ਵਕਤ ਦੇ ਨਾਲ ਕਈ ਚੀਜ਼ਾਂ ਦੀ ਰੈਲੇਵੈਂਸ ਮੈਨੂੰ ਲੱਗਿਆ ਕਿ ਨਹੀਂ ਰਹੀ, ਤਾਂ ਮੈਂ 2 ਕਹਾਣੀਆਂ ਇਹਦੇ 'ਚ ਮਜਬੂਰੀ ਤੇ ਪਿੰਜਰਾ, ਇਹ ਮੇਰੇ ਕਾਲਜ ਟਾਈਮ ਦੇ ਲਿਖੀਆਂ ਹੋਈਆਂ ਕਹਾਣੀਆਂ ਇਸ ਕਿਤਾਬ ਦੇ ਵਿੱਚ ਨੇ।
ਔਰ ਇਹਨਾਂ ਕਹਾਣੀਆਂ ਨੂੰ ਜੋ ਤੁਸੀਂ ਪੜ੍ਹੋਗੇ, ਦੇਖੋ ਆਪਾਂ ਪਹਿਲੇ ਟਾਈਟਲ ਦੀ ਗੱਲ ਕਰਦੇ ਹਾਂ, ਤੇ ਟਾਈਟਲ ਜਿਹੜਾ ਨਾ ਉਹ ਬਿਲਕੁਲ ਮੁਖੜਾ ਹੁੰਦਾ ਹੈ। ਜੀ ਜੀ ਜੀ, ਉਹ ਕਹਿੰਦੇ ਨਾ ਚੀਜ਼ ਖਾਣੀ ਤਾਂ ਆਪਾਂ ਬਾਅਦ ਚ ਕਿਵੇਂ ਦੀ ਸਵਾਦ ਹੋਏਗੀ, ਜੇ ਵੇਖਣ ਚ ਹੀ ਸੋਹਣੀ ਨਹੀਂ ਹੈ ਤੇ ਕਹਿੰਦੇ ਜਿਹਨੂੰ ਨਜ਼ਰਾਂ ਨਹੀਂ ਖਾਣਗੀਆਂ ਉਹਨੂੰ ਢਿੱਡ ਕਿਵੇਂ ਖਾਊਗਾ। ਸੋ ਨਜ਼ਰਾਂ ਜ਼ਰੂਰ ਖਾਣ ਲਈ ਚੀਜ਼ ਸੋਹਣੀ ਹੋਣੀ ਚਾਹੀਦੀ ਹੈ। ਤਾਂ ਟਾਈਟਲ ਜਿਹੜੇ ਨੇ ਉਹ ਆਪਣੇ ਆਪ 'ਚ ਕਹਾਣੀ ਨੂੰ ਬਿਆਨ ਕਰਦੇ ਹੁੰਦੇ ਆ। ਇਹ ਆਦਰਸ਼ਵਾਦੀ ਕਹਾਣੀਆਂ ਨੇ, ਜ਼ਿਆਦਾ ਆਦਰਸ਼ਵਾਦ ਇਹਨਾਂ 'ਤੇ ਪ੍ਰਭਾਵੀ ਰਿਹਾ। ਤਾਂ ਵਿਸ਼ਾ ਉਹੀ ਸਮਾਜਿਕ ਹੀ ਹੈ, ਸਮਾਜਿਕ ਪੱਖ ਇਹਦੇ 'ਚ ਬਹੁਤ ਜ਼ਿਆਦਾ ਹੈ। ਹਰ ਕਹਾਣੀ ਇਹਨਾਂ ਵਿੱਚ ਕੀ, ਸਾਰੀਆਂ ਸਮਾਜ ਤੋਂ ਬਿਨਾਂ ਤਾਂ ਆਪਾਂ ਕੁਝ ਵੀ ਨਹੀਂ ਨਾ। ਸਾਹਿਤ ਕੀ ਹੈ, ਸਮਾਜ ਦਾ ਦਰਪਣ ਹੈ ਨਾ, ਤਾਂ ਇਸ ਕਰਕੇ ਸਮਾਜ ਹੀ ਰਹੇਗਾ ਹਾਵੀ ਦਾ। ਬਟ ਇਹਦੇ ਵਿੱਚ ਜਿਹੜੀਆਂ 19 ਕਹਾਣੀਆਂ, ਜਿਸ ਦੇ ਵਿੱਚੋਂ 2 ਕਹਾਣੀਆਂ ਮੇਰੇ ਕਾਲਜ ਟਾਈਮ ਦੇ, ਸਫ਼ਰ ਬਹੁਤ ਲੰਬਾ ਇਹਨਾਂ ਕਹਾਣੀਆਂ ਦਾ, ਛਪੀਆਂ ਚਾਹੇ 2014 ਵਿੱਚ ਨੇ। ਤੁਹਾਡੀ ਕਿਤਾਬ ਦੀ ਸਭ ਤੋਂ ਅਲੱਗ ਜੀ ਚੀਜ਼ ਆ, ਕਹਾਣੀਆਂ ਵੀ ਹਨ, ਸਾਰੇ ਲਿਖਦੇ ਨੇ, ਕਵਿਤਾ ਵੀ ਲਿਖਦੇ ਨੇ, ਪਰ ਇਹ ਬੜੀ ਮੈਨੂੰ ਅਲੱਗ ਹੈ, ਤੁਹਾਡਾ ਵਿਸ਼ਾ ਚੁਣਿਆ ਹੈ, ਬੜਾ ਚੰਗਾ ਲੱਗਿਆ। ਬੱਸ ਦੀ ਇੱਕ ਸਵਾਰੀ, ਤੇ ਇਹ ਕਹਾਣੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਇੱਕ ਵਾਰ ਜਦੋਂ ਪੜ੍ਹਨ ਲੱਗਦਾ ਇਦਾਂ ਲੱਗਦਾ ਵੀ ਚੰਡੀਗੜ੍ਹ, ਮੋਹਾਲੀ, ਲੁਧਿਆਣੇ ਤੋਂ ਬੈਠ ਗਏ ਆਪਾਂ ਤੇ ਫਿਰੋਜ਼ਪੁਰ ਜਾ ਕੇ ਉਤਰ ਗਏ। ਬਿਲਕੁਲ, ਤੇ ਵੀ ਇੱਕ ਦਿਨ 'ਚ ਸਫ਼ਰ ਤੁਸੀਂ ਮੁਕਾਤਾ। ਤੇ ਇਹ ਅੱਡ ਜਿਹਾ ਵਿਸ਼ਾ ਸੀਗਾ, ਬੜਾ ਇਹ ਅਲੱਗ ਜਿਹਾ। ਇਹਦੇ ਬਾਰੇ ਤੁਸੀਂ ਕਿਵੇਂ ਲਿਖਣ ਬਾਰੇ ਸੋਚਿਆ ਤੇ ਕੀ ਇਹਦੇ ਵਿੱਚ ਤੁਸੀਂ ਪੇਸ਼ਕਾਰੀ ਕੀਤੀ ਹੈ? ਬਿਲਕੁਲ, ਇਹ ਪੰਜਾਬੀ ਲਿਟਰੇਚਰ ਦੇ ਵਿੱਚ ਐਕਚੁਅਲੀ ਆਪਣੇ ਆਪ ਦੇ ਇੱਕ ਨਵਾਂ ਰੂਪ ਹੀ ਹੈ। ਇਹ ਵਾਰਤਕ ਇੱਕ ਸਫ਼ਰ ਦੇ ਰੂਪ 'ਚ ਇਹਨੂੰ ਡਿਸਕ੍ਰਾਈਬ ਕੀਤਾ ਹੋਇਆ, ਲੇਕਿਨ ਜਦੋਂ ਇਹਨੂੰ ਪੜ੍ਹੋਗੇ ਤੇ ਤੁਹਾਨੂੰ ਇਸ ਵਿਧਾ ਦੇ ਵਿੱਚ ਪਹਿਲੀ ਕਿਤਾਬ ਹੀ ਇਹ ਮਿਲੇਗੀ। ਤੇ ਜਿਵੇਂ ਯਾਤਰਾ ਬਿਰਤਾਂਤ ਦੇ ਰੂਪ ਵਿੱਚ ਲਿਖਿਆ, ਬਹੁਤੇ ਜਿਹੜੇ ਲੇਖਕ ਨੇ ਉਹ ਕਹਿ ਦਈਏ ਵੀ ਜਦੋਂ ਅਮਰੀਕਾ, ਕੈਨੇਡਾ ਜਾਂ ਕਿਤੇ ਹੋਰ ਜਗ੍ਹਾ ਜਾਂਦੇ ਨੇ ਬੜੀ ਫੇਰੀ ਲਿਖਦੇ ਨੇ ਨਾ, ਇਹ ਸਫ਼ਰਨਾਮਾ। ਤਾਂ ਮੈਨੂੰ ਲੱਗਦਾ ਤੁਹਾਡਾ ਜਿਹੜਾ ਇਹ ਬੱਸ ਦਾ ਸਫ਼ਰਨਾਮਾ ਹੈ। ਦੇਖੋ, ਇਹ ਜਿਹੜਾ ਬੱਸ ਦਾ ਸਫ਼ਰਨਾਮਾ ਹੈ ਨਾ, ਇਹ ਭਾਵੇਂ ਡਿਸਕ੍ਰਾਈਬ ਮੈਂ ਇੱਕ ਦਿਨ ਵਿੱਚ ਕੀਤਾ ਹੈ, ਲੇਕਿਨ ਇਹਦੇ ਵਿੱਚ ਬੜੀ ਲੰਬੀ ਵਾਰਤਾ ਹੈ, ਬੜੀ ਲੰਬੀ ਵਾਰਤਾ ਹੈ। ਇਹਦੇ ਵਿੱਚ ਬਦਲਦੇ ਪੰਜਾਬ ਦਾ ਸਾਰਾ ਰੂਪ ਰੇਖਾ ਤੁਹਾਨੂੰ ਮਿਲੇਗੀ ਕਿ ਕਿੱਥੋਂ ਲੈ ਕੇ ਕਿਵੇਂ ਅਸੀਂ ਇੱਕ ਅਲੱਗ ਰੂਪ ਹੈ ਪਹਿਲੀ ਤਾਂ ਗੱਲ ਪੰਜਾਬੀ ਲਿਟਰੇਚਰ ਦੇ ਵਿੱਚ। ਇਸ ਤਰੀਕੇ ਦੀ ਇਸ ਵਿਧਾ ਦੇ ਵਿੱਚ ਤੁਹਾਨੂੰ ਪਹਿਲੇ ਕਿਤਾਬ ਪੰਜਾਬੀ ਲਿਟਰੇਚਰ 'ਚ ਨਹੀਂ ਮਿਲਦੀ। ਵਾਰਤਕ ਰੂਪ 'ਚ ਇੱਕ ਸਫ਼ਰ ਹੋਣ ਦੇ ਬਾਵਜੂਦ ਇੱਕ ਅਲੱਗ ਤਰ੍ਹਾਂ ਦਾ ਸਫ਼ਰ ਹੈ, ਕਿਉਂਕਿ ਦੇਖੋ ਮੈਂ 5 ਸਾਲ ਜੌਬ ਕੀਤੀ ਮੋਗਾ, ਮੇਰਾ ਬੱਸ ਤੇ ਆਉਣਾ ਜਾਣਾ ਸੀ, ਹੈ ਨਾ, ਲੋਕਾਂ ਦੀਆਂ ਗੱਲਾਂ ਸੁਣਨੀਆਂ। ਇਹ ਲੋਕਾਂ ਦੀਆਂ ਗੱਲਾਂ ਨੇ ਸਾਰੀਆਂ ਦੇ ਸਾਰੀਆਂ, ਜਿਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਕਹਾਣੀ ਦਾ ਰੂਪ ਵੀ ਮਿਲੇਗਾ, ਇਹਦੇ ਵਿੱਚ ਤੁਹਾਨੂੰ ਵਾਰਤਕ ਰੂਪ ਵੀ ਮਿਲੇਗਾ, ਇਹਦੇ ਵਿੱਚ ਕਵਿਤਾ ਦਾ ਰੂਪ ਵੀ ਮਿਲੇਗਾ, ਇਹਦੇ ਵਿੱਚ ਤੁਹਾਡੇ ਕੋਲ ਕਾਵ ਲੋਕ ਵੀ ਮਿਲੇਗਾ ਇਹਦੇ ਵਿੱਚ। ਯਾਨੀ ਕਿ ਇਸ ਕਿਤਾਬ ਦੇ ਵਿੱਚ ਸਾਰੀਆਂ ਵਿਧਾਵਾਂ ਮਿਲਣਗੀਆਂ, ਲੇਕਿਨ ਕਹਾਣੀ ਪੰਜਾਬ ਦੇ ਬਦਲਦੇ ਰੂਪ ਦੀ ਹੋਏਗੀ। ਤੇ ਇਹ ਜਿਹੜਾ ਸਫ਼ਰ ਦੀ ਗੱਲ ਕਰੀਏ, ਚਲੋ ਕਿਤਾਬ ਵੀ ਆਪਾਂ ਜ਼ਿਕਰ ਕਰ ਰਹੇ ਸੀ ਇੱਕ ਦਿਨ 'ਚ ਲਿਖੀ ਜਾ ਸਕਦੀ ਹੈ, ਤੇ ਤੁਸੀਂ ਇਹਨੂੰ ਇੱਕ ਦਿਨ ਦੇ ਸਫ਼ਰ 'ਚ ਢਾਲਿਆ। ਪਰ ਜੇਕਰ ਆਪਾਂ ਇਹ ਬੱਸ ਦੇ ਸਫ਼ਰ ਦੀ ਗੱਲ ਕਰੀਏ ਤਾਂ ਤੁਹਾਡਾ ਕਿੰਨੇ ਸਾਲ ਦਾ ਸਫ਼ਰ ਰਿਹਾ ਹੈ ਮੋਗੇ ਤੱਕ ਦਾ? ਦੇਖੋ, ਇਹ 5 ਸਾਲ ਦਾ ਮੋਗੇ ਦਾ ਸਫ਼ਰ ਹੈ ਹੀ ਹੈ। ਮੈਂ ਸਮਾਜ ਨੂੰ ਇੰਨੇ ਨੇੜਿਓਂ ਦੇਖਿਆ, ਕਹਿੰਦੇ ਨਾ ਵੀ ਘੁਮਕੜਾਂ ਨੇ ਹੀ ਇਤਿਹਾਸ ਸਿਰਜਿਆ, ਤੇ ਮੈਨੂੰ ਲੱਗਦਾ ਕਿ ਜੇ ਮੈਂ ਇਹ ਜੌਬ ਵਿੱਚ ਨਾ ਹੁੰਦੀ ਤੇ ਕਦੀ ਵੀ ਬੱਸ ਦੀ ਇੱਕ ਸਵਾਰੀ ਲਿਖੀ ਹੀ ਨਹੀਂ ਜਾਣੀ ਸੀ। ਦੇਖੋ, ਮੈਂ ਕਿਉਂਕਿ ਜਹਾਜ਼ ਦਾ ਸਫ਼ਰ ਵੀ ਕੀਤਾ, ਮੈਨੂੰ ਸਭ ਤੋਂ ਬੋਰਿੰਗ ਲੱਗਦਾ ਬਾਏ 에ਅਰ ਸਫ਼ਰ ਕਰਨਾ। ਐਵੇਂ ਲੱਗਦਾ ਜਿਵੇਂ ਸੱਚੀ ਮੁੱਚ ਤੁਸੀਂ ਲਾਸ਼ਾਂ ਦੇ ਵਿੱਚੋਂ ਸਫ਼ਰ ਕਰਕੇ ਜਾਂਦੇ ਹੋ, ਚਾਹੇ ਉਹ 10 ਮਿੰਟ ਦਾ ਤੇ ਚਾਹੇ ਉਹ 10 ਘੰਟੇ ਦਾ, ਕਿਉਂਕਿ ਹਰ ਬੰਦੇ ਨੇ ਈਅਰਫੋਨ ਚੜਾਏ ਹੋਏ ਜਾਂ ਆਪਣੀ ਕਿਤਾਬ ਪਕੜੀ ਹੋਈ ਹੈ। ਉਹ ਉੱਥੇ ਹੋ ਕੇ ਵੀ ਉੱਥੇ ਨਹੀਂ ਹੁੰਦਾ ਉਹ ਬੰਦਾ, ਪਰ ਜਦੋਂ ਬੱਸਾਂ ਵਿੱਚ ਜਿਹੜੇ ਲੋਕ ਨੇ ਨਾ, ਉਹ ਉੱਥੇ ਹੋ ਕੇ ਵੀ ਉੱਥੇ ਹੁੰਦੇ ਨੇ। ਉੱਥੇ ਤੁਹਾਨੂੰ ਅੰਬ ਦੇ ਅਚਾਰ ਦੀ ਵੀ ਖੁਸ਼ਬੂ ਮਿਲਣੀ ਹੈ ਤੇ ਰਸੀਲੇ ਅੰਬਾਂ ਦੀ ਵੀ ਖੁਸ਼ਬੂ ਮਿਲਣੀ ਹੈ, ਸਭ ਕੁਝ ਮਿਲਦਾ ਹੈ। ਅਸਲ ਦੇ ਵਿੱਚ ਤੁਸੀਂ ਜ਼ਿੰਦਗੀ ਦੀ ਮਹਿਕ ਨੂੰ ਮੰਨਦੇ ਹੋ ਬੱਸ ਦੇ ਸਫ਼ਰ ਵਿੱਚ। ਮੈਂ ਤੁਹਾਡੀ ਕਿਤਾਬ ਕੁਦਰਤੀ ਜਿਹੜਾ ਹੁਣ ਵਰਕ ਹੈ ਖੁੱਲਿਆ, ਇਹਦੇ ਵਿੱਚ ਜਿਹੜੀ ਮੈਂ ਖੰਡਾ ਆਵਾਜ਼ ਨਾ ਹੁੰਦੇ ਦੁੱਧ ਮਿੱਠੇ, ਪਿਓ ਆਵਾਜ਼ ਨਾ ਕੁੱਟਦੀਆਂ ਚੂਰੀਆਂ ਨੇ, ਮਾਂ ਆਵਾਜ਼ ਨਾ ਲੜ ਲੜਾਏ ਜਾਂਦੇ, ਪਿਓ ਆਵਾਜ਼ ਨਾ ਪੈਂਦੀਆਂ ਪੂਰੀਆਂ ਨੇ। ਇਹ ਬਸ ਆਪਣੇ ਨਾਲ ਇਤਿਹਾਸ ਲੈ ਕੇ ਚੱਲਦੇ, ਤੇ ਨਾਲ ਹੀ ਕੁਝ ਹੋਰ ਪੰਕਤੀਆਂ ਵੀ ਲਿਖੀਆਂ ਹੋਈਆਂ ਸਨ। ਜੀ। ਭਾਨੇ ਨੂੰ ਲੋਕੀ ਭਾਨਾ ਕਹਿੰਦੇ, ਭਾਨੇ ਦੀ ਘਰਵਾਲੀ ਨੂੰ ਭਾਨੀ, ਭਾਨੀ ਦੀ ਭਾਬੀ ਸੰਤੀ, ਸੰਤੀ ਦੀ ਕੁੜੀ ਸ਼ਿੰਦੋ, ਸ਼ਿੰਦੋ ਦਾ ਦਾਦਾ ਬੰਤਾ, ਬੰਤੇ ਦੇ ਘਰ ਵਾਲੀ ਬੰਤੀ, ਬੰਤੀ ਦੀ ਕੁੜੀ ਚੰਨੋ, ਚੰਨੋ ਭਾਨੇ ਦੀ ਕੀ ਲੱਗੀ। ਇੱਕ ਪ੍ਰਾਈਵੇਟ ਬੱਸ ਦੇ ਵਿੱਚ ਮਤਲਬ ਹਾਂਜੀ, ਦੇਖੋ ਰੀਜ਼ਨਿੰਗ ਵਾਲਾ ਸਵਾਲ ਪਾਇਆ ਹੋਇਆ। ਹਾਂ, ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਹੀ ਮਿਲਦਾ ਹੈ। ਤੋਂ ਟੋਟ ਕੇ ਪਹਿਲਾਂ ਜ਼ਿਕਰ ਕਰ ਰਿਹਾ ਕਿ ਅਸੀਂ ਅਸਲ 'ਚ ਟੱਪਿਆਂ ਦੀ ਤੁਹਾਡੀ ਜਿਹੜੀ ਕਿਤਾਬ ਹੈ। ਜੀ। ਤੇ ਜੇ ਪਹਿਲੇ ਹੀ ਸਰਵਰਕ ਸ਼ੁਰੂ ਹੁੰਦਾ ਵੀ ਜਿਹੜਾ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਨਾ, ਤਾਂ ਸੰਗੀਤ, ਭੰਗੜਾ, ਗਾਉਣ, ਇਹ ਤਾਂ ਸਾਡੇ ਖੂਨ ਦੇ ਵਿੱਚ ਹੈਗਾ। ਬਿਲਕੁਲ। ਮਿਹਨਤ ਵੀ ਤਾਂ ਚਲੋ ਹੈਗੀ ਹੈ, ਪਰ ਜਦੋਂ ਮਨੋਰੰਜਨ ਕਰਨਾ ਹੋਵੇ ਤਾਂ ਇਹ ਸਾਡਾ, ਤਾਂ ਉਹੀ ਚੀਜ਼ਾਂ ਜਿਹੜੀਆਂ ਘਟਦੀਆਂ ਨੇ, ਲੋਕ ਬੋਲੀਆਂ, ਲੋਕ ਟੱਪੇ, ਕਿੰਨਾ ਕੁਝ, ਗੀਤ, ਸੰਗੀਤ, ਲੋਕ ਗੀਤ, ਇਹ ਤਾਂ ਸਾਡੇ ਅੰਦਰ ਸਾਰਾ ਕੁਝ ਅੰਦਰ। ਮੈਂ ਤੁਸੀਂ ਕਵਰ ਦੇ ਪੰਜ ਆਬਾਂ ਦੀ ਮਿਠਾਸ ਚੱਖੀਏ, ਪੰਜਾਬੀਆਂ ਦਾ ਮਾਣੇ ਆਪਣਾ, ਸੋਹਣਾ ਵਿਰਸਾ ਸੰਭਾਲ ਰੱਖੀਏ ਜੀ। ਤੇ ਬਦਲਦੇ ਦੌਰ ਨਾਲ ਹੁਣ ਚਲੋ ਵਿਰਸਾ ਵੀ ਕਦੀ ਬਦਲਦਾ ਜਾਂਦਾ। ਤੇ ਇਹ ਜਿਹੜੀ ਕਿਤਾਬ ਹੈ ਤੁਹਾਡੇ ਅੱਡ ਸਾਰੇ ਵਿਸ਼ਿਆਂ ਤੋਂ ਅਲੱਗ ਜੀ ਹੈ।
ਬਿਲਕੁਲ। ਇਹ ਤੁਸੀਂ ਫਿਰ ਕਦੋਂ ਕੁ ਲਿਖੀ, ਇਹਦਾ ਲਿਖਣ ਦਾ ਸਬਬ ਕੀ ਬਣਿਆ? ਦੇਖੋ ਪਤਾ ਕੀ ਹੈ, ਮੈਨੂੰ ਨਾ ਥੋੜਾ ਚਲੋ ਮਿਊਜ਼ਿਕ ਵਿੱਚ ਵੀ ਇੰਟਰਸਟ ਸੀ ਹੈ ਨਾ, ਜੀ ਤੇ ਫੋਕਲੋਰ ਤਾਂ ਮੇਰੇ ਅੰਦਰ, ਮੈਂ ਜਦੋਂ ਘਰ ਰਸੋਈ 'ਚ ਵੀ ਕੰਮ ਕਰਦੀ ਹੁੰਦੀ ਹਾਂ ਤੇ ਕੁਛ ਨਾ ਕੁਛ ਉਹ ਸਾਡੇ ਅੰਦਰੋਂ ਥਿਰਕਦਾ ਰਹਿੰਦਾ ਹੈ। ਤਾਂ ਪਤਾ ਨਹੀਂ ਕਿੱਥੋਂ ਮੈਨੂੰ ਸੁਹਾਗ ਤੇ ਘੋੜੀਆਂ ਵਗੈਰਾ ਗਾਣੀਆਂ ਮੈਨੂੰ ਚੰਗੀਆਂ ਲੱਗਦੀਆਂ, ਤੇ ਉਹ ਮੈਂ ਵੈਸੇ ਹੀ ਅੰਦਰੋਂ ਨਿਕਲ ਆਉਂਦੀਆਂ, ਜ਼ੁਬਾਨ ਤੋਂ ਥਿਰਕ ਜਾਂਦੀਆਂ। ਜਦੋਂ ਕਾਲਜ ਪੜ੍ਹਦੇ ਸੀ ਨਾ, ਤੇ ਸਾਡੇ ਗਿੱਧੇ ਦੀਆਂ ਅਸੀਂ ਬੋਲੀਆਂ ਵੀ ਆਪ ਹੀ ਨਵੀਆਂ ਕ੍ਰੀਏਟ ਕਰਦੇ ਸੀ। ਜੇ ਅਸੀਂ ਕੁਝ ਹੋਰ ਕਰ ਰਹੇ ਨਾਟਕ ਜੇ ਅਸੀਂ ਕਰਨਾ, ਉਹ ਵੀ ਸਕ੍ਰਿਪਟ ਅਸੀਂ ਆਪਣੀ ਲਿਖਦੇ ਸੀ, ਉਹੀ ਜਿਹੜੀਆਂ ਸੀ ਹੁਣ ਸਾਹਿਤਕ ਰੂਪ 'ਚ ਕਿਤਾਬਾਂ ਦੇ ਰੂਪ 'ਚ ਮੇਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹਦੇ ਵਿੱਚ ਦੋ ਚਾਰ ਸਾਡੇ ਨਾਲ ਸਾਂਝੀਆਂ ਵੀ ਜ਼ਰੂਰ ਕਰੋ, ਆਪਣੀ ਪਸੰਦ ਦੇ ਵਾਲੀਆਂ ਸੀਗਾ, ਅਸੀਂ ਵੀ ਸੁਣ ਲਈਏ। ਓਕੇ ਅੱਛਾ ਚਲੋ ਫਿਰ ਆਵਾਜ਼ ਤੇ ਨਾ ਜਾਣਾ, ਮੈਂ ਤੁਹਾਨੂੰ ਗਾ ਕੇ ਇੱਕ ਦੋ ਟੱਪੇ ਸੁਣਾਨੀ ਆ। ਜੀ ਜੀ ਚਲੋ ਇੱਕ ਟੱਪਾ ਸੁਣੋ ਜੀ। ਕੋਠੇ ਤੇ ਕੀ ਰੱਖੀਏ, ਕੋਠੇ ਤੇ ਕੀ ਰੱਖੀਏ, ਜਿਸ ਦੇ ਬਹਾਨੇ ਚਨਵੇ ਤੇਰਾ ਮੁੜ ਮੁੜ ਮੁਖ ਤਕੀਏ, ਹੋ ਜਿਸ ਦੇ ਬਹਾਨੇ ਚਨਵੇ ਤੇਰਾ ਮੁੜ ਮੁੜ ਮੁਖ ਤਕੀਏ। ਅੱਖਾਂ ਦਾ ਜਾਦੂ ਸੁਣਨਾ ਜੀ। ਬੂਟਾ ਇਸ਼ਕ ਦਾ ਲਾ ਮਾਇਆ, ਬੂਟਾ ਇਸ਼ਕ ਦਾ ਲਾ ਮਾਇਆ, ਜਿੱਥੇ ਤੋਤਾ ਮੈਂ ਨਾ ਬੈਠਦੇ, ਜਿੱਥੇ ਤੋਤਾ ਮੈਂ ਨਾ ਬੈਠਦੇ, ਉੱਥੇ ਆਲਣਾ ਪਾ ਮਾਇਆ। ਬੜੇ ਇਹਨੇ ਕਿ ਕੁਝ ਹੋਰ ਮਾਈਏ ਨੂੰ ਔਖਾ ਕੰਮ ਦੇ ਦੋ ਤੁਸੀਂ, ਕਹਿੰਦੀ ਹੈ ਟੱਪਿਆਂ ਨੇ। ਹਾਂਜੀ ਮਾਈਏ ਦੇ ਜ਼ਿੰਮੇਵਾਰੀਆਂ ਬੜੀਆਂ ਪਾਈਆਂ ਹੋਈਆਂ। ਬਹੁਤ ਜੀ ਬਹੁਤ, ਮਾਈਏ ਦੇ ਸਿਰ ਤੇ ਸਾਰੀ ਜ਼ਿੰਦਗੀ ਹੈ। ਮੈਂ ਤਾਂ ਕਹਿੰਦੀ ਹੁੰਦੀ ਹਾਂ ਕਿ ਔਰਤ ਦਾ ਰਾਜਯੋਗ ਜਿਹੜਾ ਨਾ ਬਾਈ ਬਰਥ ਹੀ ਹੈ, ਕਿਉਂਕਿ ਅਸੀਂ ਰਾਜ ਕਰਨ ਵਾਸਤੇ ਹੀ ਪੈਦਾ ਹੁੰਦੀਆਂ। ਜੀ ਜੀ ਸਹੀ ਗੱਲ ਹੈ। ਤੇ ਇਹ ਟੱਪੇ ਕਿੰਨੇ ਟੱਪੇ ਤੁਸੀਂ ਜੇ ਲਿਖੇ, ਤੇ ਕਲੈਕਸ਼ਨ ਕਿੱਦਾਂ ਕੀਤੀ ਇਹਦੀ ਸਾਰੀ? ਮੈਂ 2000 ਤੋਂ ਜ਼ਿਆਦਾ ਟੱਪੇ ਲਿਖ ਚੁੱਕੀ ਹੋਈ ਹਾਂ, ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਨੇ। ਬਕਾਇਦਾ ਤੁਸੀਂ ਜਦੋਂ ਇਹ ਕਿਤਾਬ ਦੇਖੋਗੇ ਤਾਂ ਇਹਨਾਂ ਦੇ ਸਿਰਲੇਖ ਵੱਖਰੇ ਵੱਖਰੇ ਨੇ, ਹੈ ਨਾ। ਤੇ ਇਹ ਜਿਹੜੀ ਕਿਤਾਬ ਹੈ, ਇਸਦੇ 2 ਐਡੀਸ਼ਨ ਆ ਚੁੱਕੇ ਹੋਏ ਨੇ। ਇਸ ਫਸਟ ਐਡੀਸ਼ਨ ਦੇ ਵਿੱਚ 500 ਟੱਪੇ ਸ਼ਾਮਿਲ ਕੀਤੇ ਗਏ ਸੀ। ਠੀਕ ਹੈ, ਫਿਰ ਦੂਜੀ ਐਡੀਸ਼ਨ ਮਤਲਬ ਅੱਡ ਬਣਾਈਆਂ ਪਾਰਟਸ ਵਾਈਜ਼ ਬਣਾਈਆਂ ਪਾਰਟਸ ਵਿੱਚ। ਤੇ ਹੁਣ ਅਗਲਾ ਐਡੀਸ਼ਨ ਆਲਮੋਸਟ ਤਿਆਰ ਹੈ, ਜਿਸ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ 1000 ਟੱਪੇ ਐਡ ਕਰ ਦਿੱਤੇ ਜਾਣ। 500 ਪਹਿਲਾਂ ਵਾਲੇ ਰੱਖਾਂਗੇ, 500 ਨਵੇਂ ਟੱਪੇ ਹੋਰ ਐਡ ਕੀਤੇ ਜਾਣਗੇ। ਥੋੜਾ ਜਿਹਾ ਮੈਂ ਇਹਦੇ ਉੱਪਰ ਸਪੈਸ਼ਲ ਕੰਮ ਵੀ ਕਰਨ ਜਾ ਰਹੀ ਹਾਂ, ਹੈ ਨਾ, ਕਿਉਂਕਿ ਥੋੜਾ ਜਿਹਾ ਮੇਰਾ ਇਤਿਹਾਸ ਨਾਲ ਔਰ ਸਿੱਖ ਇਤਿਹਾਸ ਨਾਲ ਥੋੜਾ ਮੇਰਾ ਜ਼ਿਆਦਾ ਲਗਾਵ ਰਿਹਾ। ਤਾਂ ਮੈਂ ਸਿੱਖ ਗੁਰੂਆਂ ਦੇ ਜੀਵਨ ਦੇ ਉੱਪਰ ਟੱਪੇ, ਉਹਨਾਂ ਦੇ ਜੀਵਨ ਨੂੰ ਟੱਪਿਆਂ ਦੇ ਰੂਪ ਦੇ ਵਿੱਚ ਢਾਲ ਕੇ ਤੇ ਹੁਣ ਕੀ ਲਿਖ ਰਹੀ ਹੋ ਹੁਣ? ਮੇਨ ਤਾਂ ਮੇਰਾ ਕਹਾਣੀ ਔਰ ਨਾਟਕ ਦਾ ਹੀ ਅੰਦਰ ਮੇਰੇ ਉਹੀ ਚੱਲਦਾ ਹੈ ਸਾਰਾ ਕੁਝ, ਕਹਾਣੀਆਂ ਤੇ ਹੀ ਕੰਮ ਚੱਲ ਰਿਹਾ। ਇਹ ਵਾਲੀ ਕਿਤਾਬ ਆਉਣ ਤੋਂ ਬਾਅਦ ਮੈਂ 5 ਕਹਾਣੀਆਂ ਲਿਖ ਚੁੱਕੀ, ਜਿਹੜੀਆਂ ਆਉਣ ਵਾਲੇ ਮੈਗਜ਼ੀਨਸ ਦੇ ਵਿੱਚ ਤੁਹਾਨੂੰ ਜਲਦੀ ਪੜ੍ਹਨ ਲਈ ਮਿਲਣਗੀਆਂ, ਭੇਜੀਆਂ ਹੋਈਆਂ। ਤੇ ਬਾਕੀ ਇਹ ਕਿ ਲਿਖਣ ਦਾ ਕੋਈ ਮੇਰਾ ਇਹ ਨਹੀਂ ਹੁੰਦਾ ਕਿ ਹਾਂ ਪਰਟੀਕੂਲਰ ਮੈਂ ਨਾਟਕ ਹੀ ਲਿਖਣਾ ਜਾਂ ਹੁਣ ਕਹਾਣੀ ਹੀ ਲਿਖਣੀ ਹੈ। ਮੰਨ ਲਓ ਕੋਈ ਕਾਵਿਕ ਥਾਟ ਆ ਗਿਆ ਤਾਂ ਅਸੀਂ ਉਹ ਵੀ ਲਿਖ ਲੈਂਦੇ ਹਾਂ, ਜੇ ਟੱਪਾ ਮਨ 'ਚ ਆ ਗਿਆ ਤੇ ਟੱਪਾ ਵੀ ਲਿਖ ਕੇ ਰੱਖ ਲਿਆ। ਜੀ ਜੀ। ਪਰ ਕਹਾਣੀ ਜਿਹੜੀ ਹੈ ਔਰ ਨਾਟਕ ਜਿਹੜੀ ਹੈ, ਇਹ ਤਾਂ ਆਪਣਾ ਸਮਾਂ ਮੰਗਦੇ ਹੈ। ਇਹਨਾਂ ਲਈ ਇਹ ਤਾਂ ਕੋਈ ਮਰਜ਼ੀ ਵਿਧਾ ਹੈ, ਲਿਖਣਾ ਔਰ ਪੜ੍ਹਨਾ ਇਸ ਤੋਂ ਵੱਡੀ ਕੋਈ ਤਪੱਸਿਆ ਨਹੀਂ ਹੈ, ਬੜਾ ਵੱਡਾ ਤਪ ਹੈ, ਠੀਕ ਹੈ। ਤਾਂ ਲੇਕਿਨ ਕਹਾਣੀ ਜਿਹੜੀ ਹੈ ਨਾ, ਉਹ ਵਾਕਿਆ ਹੀ ਤੁਹਾਡੇ ਕੋਲ ਤਪ ਦੀ ਮੰਗ ਕਰਦੀ ਹੈ ਜੀ। ਤੇ ਉਹਦੇ ਲਈ ਸਿਟਿੰਗ ਸਾਨੂੰ ਬਹੁਤ ਚਾਹੀਦੀ ਹੈ। ਦੁਆਵਾਂ ਨੇ ਤੁਸੀਂ ਹੋਰ ਲਿਖੋ ਜੀ, ਸ਼ੁਕਰੀਆ, ਕਲਮਾਂ ਤਰੱਕੀਆਂ ਕਰਨ ਤੇ ਦਰਸ਼ਕਾਂ ਲਈ ਪੜ੍ਹਨ ਨੂੰ ਹੋਰ ਤੁਸੀਂ ਸੋਹਣਾ ਲਿਖ ਕੇ ਸਾਡੇ ਤੇ ਪੇਸ਼ ਕਰੋ। ਤੇ ਬੂਟਾ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਕਾਫੀ ਗੱਲਾਂ ਨੇ ਜਿਹੜੀਆਂ ਕਹਿ ਦਈਏ ਰਹਿ ਜਾਂਦੀਆਂ ਹੁੰਦੀਆਂ ਨੇ, ਆਪਾਂ ਕਹਦੀ ਭਾਵੇਂ ਸ਼ਾਮ ਤੱਕ ਬੈਠੇ ਰਹੀਏ, ਗੱਲਾਂ ਤਾਂ ਮੁੱਕਦੀਆਂ ਨਹੀਂ, ਪਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿੰਨਾ ਕਹਿ ਦਈਏ ਸਾਗਰ ਤੋਂ ਅਸੀਂ ਉਨਾ ਕੁ ਡੋਲੂ ਕਹਿ ਦਈਏ ਭਰ ਲਈ ਉਹਦੇ ਵਿੱਚੋਂ, ਹੈ ਤੇ ਉਨੀ ਕੁ ਅਸੀਂ ਕੋਸ਼ਿਸ਼ ਕੀਤੀ, ਤੁਹਾਡੇ ਨਾਲ ਸਾਂਝ ਪਾਈ ਹੈ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਸ਼ੁਕਰੀਆ ਜੀ, ਬੜਾ ਚੰਗਾ ਲੱਗਿਆ ਗੱਲ ਕਰਕੇ। ਤੁਸੀਂ ਮੇਰਾ ਕਿਤਾਬਾਂ ਨੂੰ ਪਾਠਕਾਂ ਦੇ ਰੂਬਰੂ ਲੈ ਕੇ ਆਏ, ਮੈਂ ਵਿਜ਼ਨ ਟੀਵੀ ਦੀ ਸ਼ੁਕਰਗੁਜ਼ਾਰ ਹਾਂ, ਬਹੁਤ ਬਹੁਤ ਸ਼ੁਕਰੀਆ। ਸੋ ਗੱਲਬਾਤ ਕੀਤੀ ਦੀਪਤੀ ਬਬੂਟਾ ਜੀ ਨਾਲ, ਜਿਨ੍ਹਾਂ ਨੇ ਆਪਣੀ ਕਲਮ ਦੀ ਆਪਣੀ ਲੇਖਣੀ ਦੀ ਸਾਂਝ ਸਾਡੇ ਨਾਲ ਪਾਈ ਹੈ। ਉਮੀਦ ਕਰਦੇ ਹਾਂ ਦਰਸ਼ਕਾਂ ਨੇ ਵੀ ਇਸ ਗੱਲਬਾਤ ਨੂੰ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਨਵੇਂ ਸਾਹਿਤ ਸੰਘ ਵਿੱਚ ਇੱਕ ਹੋਰ ਲੇਖਕ ਦੇ ਨਾਲ, ਕਲਮਕਾਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।